ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਘਟਨਾਕ੍ਰਮ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਕਿ ਇਹ ਵੀ ਨਹੀਂ ਪਤਾ ਕਿ ਜਦੋਂ ਤੱਕ ਤੁਸੀਂ ਇਹ ਪ੍ਰੋਗਰਾਮ ਵੇਖੋਗੇ ਕੋਈ ਨਵੀਂ ਭੀੜ ਤਿਰੰਗੇ ਝੰਡਿਆਂ ਵਿੱਚ ਮੋਟੇ ਸਾਰੇ ਡੰਡੇ ਫਸਾ ਕੇ ਨਵੀਂ ਦੇਸ਼ ਭਗਤੀ ਦਾ ਮੁਜ਼ਾਹਰਾ ਕਰਨ ਸਿੰਘੂ, ਟੀਕਰੀ, ਗਾਜ਼ੀਪੁਰ ਬਾਰਡਰ ਜਾਂ ਕਿਸੇ ਟੋਲ ਪਲਾਜ਼ੇ ਤੱਕ ਹੀ ਨਾ ਪਹੁੰਚ ਜਾਵੇ, ਜਾਂ ਸਰਕਾਰ ਹੀ ਫੈਸਲਾ ਕਰ ਲਵੇ ਕੁਝ ਅਜਿਹਾ ਕਰਨ ਦਾ ਜੋ ਕਿਸੇ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਸਾਡੀਆਂ ਸਰਕਾਰਾਂ ਵਿੱਚ ਬੜਾ ਕੁਝ ਕਰਨ ਦਾ ਦਮ ਹੈ। ਅਸੀਂ ਬਲੂ ਸਟਾਰ ਵਾਲੀਆਂ, ਦਿੱਲੀ ਦੰਗਿਆਂ ਵਾਲੀਆਂ, ਗੁਜਰਾਤ ਦੇ ਦੰਗਿਆਂ ਵਾਲੀਆਂ, ਘੱਟ ਗਿਣਤੀਆਂ ਖਿਲਾਫ ਨਫ਼ਰਤ ਫੈਲਾਉਂਦੀਆਂ ਸਰਕਾਰਾਂ ਵੇਖੀਆਂ ਹੋਈਆਂ ਨੇ। ਸੋ ਵੀ ਨੋ ਆਲ ਦੈਟ। ਪਰ ਇਹ ਘਟਨਾਕ੍ਰਮ ਕਰਦੇ ਕੀ ਹਨ? ਇਹ ਸਾਡੀ ਗੱਲ ਨੂੰ ਭਟਕਾਉਂਦੇ ਹਨ। ਅਸੀਂ ਖੇਤੀ ਬਿੱਲਾਂ ਦੇ ਫਾਇਦੇ ਨੁਕਸਾਨ 'ਤੇ ਗੱਲ ਕਰ ਰਹੇ ਸੀ। ਲੋਕਾਂ ਦਾ ਧਿਆਨ ਇਸ ਬਹਿਸ ਵੱਲ ਕੇਂਦਰਿਤ ਹੋਵੇ, ਦੁਨੀਆ ਸਾਡੇ ਸਹਿਜ ਨੂੰ ਵੇਖੇ, ਸਾਡੇ ਰੋਸ ਨੂੰ ਵੇਖੇ, ਸਾਡੇ ਸੰਗਤ ਵਾਲੇ ਵਰਤਾਰੇ ਨੂੰ ਵੇਖੇ ਤੇ ਗੌਰ ਕਰੇ ਕਿ ਇੰਨੀ ਮਨੁੱਖਤਾ ਸਰਦ ਰਾਤਾਂ ਵਿੱਚ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ਉੱਤੇ ਹਫ਼ਤਿਆਂ ਮਹੀਨਿਆਂ ਤੋਂ ਕਿਉਂ ਬੈਠੀ ਹੈ। ਫਿਰ ਦਿੱਲੀ ਦੀਆਂ ਸੜਕਾਂ 'ਤੇ ਹੰਗਾਮਾ ਬਰਪ ਗਿਆ। ਅਸੀਂ ਕਿਹੜੀਆਂ ਗੱਲਾਂ ਵਿੱਚ ਉਲਝਾ ਦਿੱਤੇ ਗਏ? ਕਿਸਾਨ ਤਿਰੰਗੇ ਦਾ ਦੁਸ਼ਮਣ? ਦੇਸ਼ ਦੀ ਸ਼ਾਨ ਖਤਰੇ ਵਿੱਚ ਪਾਈ ਕਿਸਾਨਾਂ ਮਜ਼ਦੂਰਾਂ ਨੇ? ਫੜੋ ਫੜੀ ਦਾ ਸਿਲਸਿਲਾ, ਦੀਪ ਸਿੱਧੂ ਕਿੱਥੇ ਹੈ, ਕਿੱਥੇ ਭੱਜ ਗਿਆ, ਸ਼ਾਂਤਮਈ ਰੋਸ 'ਤੇ ਬੈਠੇ ਕਿਸਾਨਾਂ ਉੱਤੇ ਅਟੈਕ, ਇੰਟਰਨੈਟ ਬੰਦ, ਪਾਣੀ ਬੰਦ, ਬਿਜਲੀ ਬੰਦ। ਉਹ ਚਾਹੁੰਦੇ ਹਨ ਕਿ ਇਸੇ ਵਿੱਚ ਹੀ ਗਲਤਾਨ ਹੋ ਜਾਈਏ, ਹਰ ਘੜੀ ਇਹੀ ਗੱਲਾਂ ਕਰੀਏ ਟਵਿੱਟਰ 'ਤੇ, ਫੇਸਬੁੱਕ 'ਤੇ ਦੋਸਤਾਂ ਨਾਲ। ਜਿਹੜੀ ਦਲੀਲ ਨਾਲ, ਅੰਕੜਿਆਂ ਨਾਲ, ਤੱਥਾਂ ਨਾਲ ਗੱਲ ਕਰ ਰਹੇ ਸਾਂ ਦੇਸ਼ ਨਾਲ, ਉਹਦੇ ਤੋਂ ਥਿੜਕ ਜਾਈਏ। ਇਹ ਨਹੀਂ ਹੋਣਾ ਚਾਹੀਦਾ। ਅਸੀਂ ਉਸੇ ਬਹਿਸ 'ਤੇ ਉਹਨਾਂ ਹੀ ਮੁੱਦਿਆਂ 'ਤੇ ਵਾਪਸ ਆਵਾਂਗੇ। ਆਪਣੀ ਗੱਲ ਹੋਰ ਦਲੀਲ ਨਾਲ ਕਹਾਂਗੇ, ਹੋਰ ਸਪਸ਼ਟਤਾ ਨਾਲ ਕਹਾਂਗੇ। ਜੋ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਜੋ ਇਹ ਸਭ ਤਮਾਸ਼ਾ ਤੁਸੀਂ ਦੇਖ ਰਹੇ ਹੋ, ਤੇ ਇਸ ਡਿਜ਼ਾਈਨ ਕੀਤੇ ਹੋਏ ਤਮਾਸ਼ੇ ਨਾਲ ਉਹ ਕਿਹੜੀ ਗੱਲ ਹੈ ਜਿਸ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਇਸ ਸਭ ਬਾਰੇ ਗੱਲ ਕਰਾਂਗੇ। ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਅੱਜ ਸ਼ਾਮਲ ਨੇ ਪ੍ਰੋਫੈਸਰ ਮਨਜੀਤ ਸਿੰਘ। ਇਹ ਉਹਨਾਂ ਖੇਤੀਬਾੜੀ ਬਾਰੇ, ਨੀਤੀਆਂ ਦੇ, ਨਵੇਂ ਖੇਤੀ ਬਿੱਲਾਂ ਬਾਰੇ, ਵਿਕਾਸ ਬਾਰੇ ਸਰਕਾਰੀ ਸਮਝ ਤੇ ਜੋ ਲੋਕਾਂ ਨਾਲ ਇਹ ਰਿਫਾਰਮਸ ਕਰ ਰਹੀਆਂ ਨੇ, ਇਹ ਖੇਤੀ ਸੁਧਾਰ ਕਰ ਰਹੇ ਨੇ, ਉਹਨਾਂ ਨੂੰ ਬੜੀ ਨੇੜਿਓਂ ਵਾਚ ਰਹੇ ਨੇ, ਪੜ੍ਹ ਰਹੇ ਨੇ। ਇਹਦੇ ਬਾਰੇ ਹਰ ਰੋਜ਼ ਵੱਖ-ਵੱਖ ਟੀਵੀ ਚੈਨਲਾਂ 'ਤੇ ਤੁਸੀਂ ਇਹਨਾਂ ਨੂੰ ਗੱਲ ਕਰਦਿਆਂ ਸੁਣ ਰਹੇ ਹੋ। ਸਾਡੇ ਨਾਲ ਜੁੜ ਰਹੇ ਨੇ ਰਾਜੀਵ ਗੋਦਾਰਾ ਜੀ। ਰਾਜੀਵ ਗੋਦਾਰਾ ਜੀ ਸਵਰਾਜ ਅਭਿਆਨ ਨਾਲ, ਸਵਰਾਜ ਇੰਡੀਆ ਦੇ ਨਾਲ ਜੁੜੇ ਹੋਏ ਸੀਨੀਅਰ ਕਾਰਕੁਨ ਨੇ, ਯੁਗੇਂਦਰ ਯਾਦਵ ਦੇ ਨੇੜੇ ਦੇ ਸਾਥੀ ਨੇ, ਅਤੇ ਇੱਕ ਲੰਬੇ ਸਮੇਂ ਤੋਂ, ਜਿਸ ਵੇਲੇ ਮੋਦੀ ਸਰਕਾਰ ਨੇ ਅਜੇ ਇਸ ਕਿਸਮ ਦੇ ਖੇਤੀ ਬਿੱਲਾਂ ਬਾਰੇ ਚਿਤਵਿਆ ਵੀ ਨਹੀਂ ਸੀ, ਉਸ ਵੇਲੇ ਤੋਂ ਕਿਸਾਨੀ ਨਾਲ ਜੁੜੇ ਸੰਘਰਸ਼ਾਂ ਨਾਲ ਤੇ ਜ਼ਮੀਨ 'ਤੇ ਹੁੰਦੀਆਂ ਸਮਾਜਿਕ ਲੜਾਈਆਂ ਦੇ ਨਾਲ ਬਹੁਤ ਡੂੰਘੇ ਉਤਰੇ ਹੋਏ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਜੇ ਅੱਜ ਇਹ ਚਰਚਾ ਕਰਨੀ ਹੋਵੇ ਤੇ ਮੇਰਾ ਆਡੀਅנס ਵੀ ਐਕਸਪੈਕਟ ਕਰੇਗਾ ਕਿ ਸਾਰੇ ਸਵਾਲ ਪੁੱਛੋ ਜੀ, 26 ਜਨਵਰੀ ਨੂੰ ਉੱਧਰ ਨੂੰ ਗਏ ਕਿਉਂ ਸੀ ਜੀ, ਕੌਣ ਲੋਕ ਚਲੇ ਗਏ ਸਨ, ਇਜਾਜ਼ਤ ਕਿੰਨੇ ਟਰੈਕਟਰਾਂ ਲਈ ਦਿੱਤੀ ਸੀ, ਇਹ ਡਿਸਿਪਲਿਨ ਵਿੱਚ ਰੱਖਿਆ ਜਾ ਸਕਦਾ ਸੀ ਕਿ ਨਹੀਂ ਰੱਖਿਆ ਜਾ ਸਕਦਾ ਸੀ, ਲਾਲ ਕਿਲੇ ਅੰਦਰ ਕਿਉਂ ਵੜਨਾ ਸੀ, ਬਾਅਦ ਵਿੱਚ ਕੀ ਹੋਇਆ, ਹੁਣ ਬਿਜਲੀ ਕਿਉਂ ਕੱਟੀ ਗਈ ਹੈ, ਇੰਟਰਨੈਟ ਕਿਉਂ ਬੰਦ ਨੇ, ਅਫਵਾਹਾਂ ਇੰਟਰਨੈਟ ਬੰਦ ਕਰਨ ਨਾਲ ਰੁਕਦੀਆਂ ਨੇ ਜਾਂ ਅਫਵਾਹਾਂ ਫੈਲਦੀਆਂ ਨੇ। ਇਹ ਸਾਰੇ ਸਵਾਲ ਆ ਜਾਣਗੇ। ਮੁਸ਼ਕਿਲ ਇਹ ਹੈ ਕਿ ਜਿਸ ਕੰਮ ਲਈ ਉੱਥੇ ਲੋਕ ਬੈਠੇ ਨੇ, ਉਹ ਲੱਖਾਂ ਦੀ ਗਿਣਤੀ 'ਚ ਬੈਠੇ ਨੇ, ਉਹ ਪਰਿਵਾਰਾਂ ਦੇ ਔਰ ਉੱਥੇ ਸ਼ਹੀਦੀਆਂ ਹੋਈਆਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ, ਔਰ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹ ਜੇ ਸਿੱਖ ਨਾਲ ਉੱਧਰ ਤਰਸਦੇ ਨੇ ਕਿ ਜਿਸ ਕੌਜ਼ ਲਈ ਸਾਡਾ ਬੱਚਾ ਦੁਨੀਆ ਜਹਾਨ ਤੋਂ ਕੂਚ ਕਰ ਗਿਆ, ਉਸ ਕੌਜ਼ ਲਈ ਕਿਵੇਂ ਲੜਿਆ ਜਾ ਰਿਹਾ, ਉਹਦੇ ਤੋਂ ਕਿਉਂ ਅਸੀਂ ਭਟਕ ਰਹੇ ਹਾਂ, ਤੇ ਕਿਵੇਂ ਡਿਬੇਟ ਨੂੰ ਉਹਨਾਂ ਲੀਹਾਂ ਤੱਕ ਰੱਖਿਆ ਜਾਵੇ ਕਿ ਦੇਸ਼ ਦੇ ਨਾਲ ਸਾਡਾ ਉਹ ਜਿਹੜਾ ਬਹੁਤ ਹੀ ਸਾਰਥਕ ਇੱਕ ਸੰਵਾਦ ਬਣਿਆ ਹੋਇਆ ਸੀ। ਲੋਕ ਲਿਖ ਰਹੇ ਸਨ ਖੇਤੀ ਬਿੱਲਾਂ ਦੇ ਹੱਕ ਵਿੱਚ, ਤੇ ਲੋਕ ਲਿਖ ਰਹੇ ਸਨ ਖੇਤੀ ਬਿੱਲਾਂ ਦੇ ਵਿਰੁੱਧ। ਦੇਸ਼ ਪੜ੍ਹ ਰਿਹਾ ਸੀ, ਸਮਝ ਰਿਹਾ ਸੀ, ਸ਼ਹਿਰ ਪਿੰਡ ਨੂੰ ਜਾਣ ਰਿਹਾ ਸੀ। ਹਾਊ ਡੂ ਵੀ ਕਮ ਬੈਕ? ਮੋਰਚਾ, ਅੰਦੋਲਨ, ਇਹ ਸਾਰਾ ਸੰਗਰਾਮ ਆਪਣੇ ਉਰੂਜ਼ ਵਾਲੀ ਉਸ ਅਵਸਥਾ ਨੂੰ ਦੁਬਾਰਾ ਕਿਵੇਂ ਲਿਆਂਦਾ ਜਾ ਸਕਦਾ? ਬਿਲਕੁਲ ਆ ਚੁੱਕੇ ਆ ਐਸਪੀ ਸਿੰਘ, ਆ ਚੁੱਕਿਆ, ਬਿਲਕੁਲ ਆ ਚੁੱਕੇ ਆ। ਉਹ ਗੱਲ ਪਾਸਟ ਹੋ ਗਈ ਹੈ। ਜਿਹੜੀ ਲਾਲ ਕਿਲੇ ਵਾਲਾ ਏਜੰਡਾ ਲੈ ਕੇ ਆਏ ਸੀ ਉਹ ਖਤਮ ਹੋ ਚੁੱਕਾ। ਉਹ ਐਵੇਂ ਜਿਹੜੇ ਇੰਟਰਸਟਿਡ ਪਾਰਟੀਜ਼ ਜਾਂ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਹੈ ਉਹਨੂੰ ਘੁਮਾਈ ਜਾਵੇ, ਘੁਮਾਈ ਜਾਵੇ। ਇਹਦੋਂ ਬਾਅਦ ਤੇ ਬਹੁਤ ਵੱਡਾ ਏਜੰਡਾ ਜਿਹਨੇ ਇਹੋ ਜਿਹੀ ਮਤਲਬ ਅਛਾਲਾ ਲੈ ਕੇ ਆਏ ਇਸ ਮੂਵਮੈਂਟ ਦੇ ਵਿੱਚ, ਉਹ ਟਕਾਇਤ ਹੈ। ਲੋਕ ਉਹਦੇ ਬਾਰੇ ਗੱਲ ਕਰਦੇ ਆ, ਨੇਸ਼ਨ ਉਹਨੂੰ ਸਲੂਟ ਕਰਦੀ ਹੈ। ਸਾਰੇ ਕਿਸਾਨ ਜਿਹੜੇ ਆ ਉਹ ਜਾਣੀ ਪੈਰੀਂ ਹੱਥ ਲਾਉਣਾ ਚਾਹੀਦਾ। ਅੱਜ ਗੱਲ ਹੋਈ ਆ ਕਿ ਉਹਨਾਂ ਨੂੰ ਸਟੇਜ 'ਤੇ ਬੁਲਾ ਕੇ ਉੱਥੇ ਆਨਰ ਕੀਤਾ ਜਾਊਗਾ, ਸਿੰਘੂ ਜਾਂ ਇੱਥੇ ਲਿਆ ਕੇ
ਕਿ ਕਮਾਲ ਹੈ ਜਦੋਂ ਤੁਸੀਂ ਫੌਜਾਂ ਸਰਕਾਰ 'ਚ ਕਿਸੇ ਨੂੰ ਸਜ਼ਾ ਨਾ ਦਵਾ ਦਿਓ, ਇਹ ਕੀ ਕਹੀ ਜਾਂਦੇ ਹੋ ਤੁਸੀਂ? ਨਹੀਂ ਮੈਨੂੰ ਇਦਾਂ ਲੱਗ ਰਿਹਾ ਵੀ ਸਰਕਾਰ ਨੇ ਕਿਸੇ ਨੂੰ ਭੇਜਿਆ ਛੜਯੰਤਰ ਕਰਨ ਲਈ ਵੀ ਇਹ ਕੀਤਾ ਜਾਵੇ। ਤੁਸੀਂ ਹੁਣ ਤੁਹਾਡੀ ਜੇ ਮੈਂ ਗੱਲ ਟਰਾਂਸਲੇਟ ਕਰਾਂ ਤੇ ਉਹ ਤਾਂ ਇਹ ਹੈ ਵੀ ਉਹਦਾ ਉਲਟਾ ਅਸਰ ਹੋ ਗਿਆ ਤੇ ਮੋਰਚਾ ਦੁਬਾਰਾ ਅਰੂਜ ਤੇ ਜਾ ਰਿਹਾ ਹੈ, ਬਹੁਤ ਲੋਕਾਂ 'ਚ ਜ਼ਿਆਦਾ ਦੁਬਾਰਾ ਇੱਕ ਭਾਵਨਾ ਜਾਗੀ ਹੈ। ਅੱਗੇ ਨਾਲੋਂ ਦੁੱਗਣੀ ਸ਼ਕਤੀ ਦੇ ਨਾਲ ਨਹੀਂ ਤੇ ਜਿਨ੍ਹਾਂ ਨੇ ਛੜਯੰਤਰ ਕੀਤਾ ਉਹਨਾਂ ਨੂੰ ਸਜ਼ਾ ਮਿਲੇਗੀ। ਬਿਲਕੁਲ ਅੰਦਰੋਂ ਅੰਦਰੀ ਮਿਲ ਵੀ ਰਹੀ ਹੋਊਗੀ, ਪਰ ਉਹਨਾਂ ਨੂੰ ਸਜ਼ਾ ਜੇ ਉਹ ਨਾ ਵੀ ਦੇਣਗੇ ਲੋਕ ਦੇ ਰਹੇ ਨੇ, ਬਿਲਕੁਲ ਲਗਾਤਾਰ ਰਹੇ ਨੇ। ਮੈਂ ਡਿਟੇਲ 'ਚ ਨਹੀਂ ਜਾਣਾ, ਪਰ ਉਹਦਾ ਬਾਰ-ਬਾਰ ਜ਼ਿਕਰ ਕਰਨਾ ਜ਼ਰੂਰੀ ਹੈ। ਪਹਿਲੀ ਸਟੇਜ ਤੇ ਇਹਨਾਂ ਨੇ ਲਗਾਤਾਰ 8 ਮੰਤਰੀਆਂ ਦਾ ਇੱਕ ਤੁਹਾਨੂੰ ਪਤਾ ਗਰੁੱਪ ਦਿੱਲੀ 'ਚ ਬਣਾਇਆ ਕਿ ਉਹ ਵੱਡੇ LCD ਸਕਰੀਨ ਲਾ ਕੇ ਸਾਰੇ ਪੰਜਾਬ ਹਰਿਆਣੇ 'ਚ ਸਮਝਾਉਣ ਕਿ ਇਨ੍ਹਾਂ ਕਾਨੂੰਨਾਂ ਦਾ ਫਾਇਦਾ ਕੀ ਹੈ। ਪ੍ਰੋਫੈਸਰ ਬਣ ਗਏ ਸੀ ਸਰ। ਬਿਲਕੁਲ ਉਹ ਕਿਸੇ ਨੇ ਨਹੀਂ ਦੇਖੇ ਸੁਣੇ ਨਹੀਂ, ਲੋਕਾਂ ਨੇ ਕਿਹਾ ਸਾਨੂੰ ਪਤਾ, ਸਾਨੂੰ ਸਮਝਾਓ ਨਾ, ਜੇ ਤੁਸੀਂ ਤੁਹਾਨੂੰ ਨਹੀਂ ਪਤਾ ਤੇ ਅਸੀਂ ਸਮਝਾ ਦਿੰਦੇ ਹਾਂ ਨਾ। ਸਿੰਘੂ ਡਿਗਰੀ ਤੇ ਤਾਂ ਪ੍ਰੋਫੈਸਰ ਸਾਰੇ ਤੁਰੇ ਫਿਰਦੇ ਨੇ, ਉਹ ਸਮਝਾਉਣ ਨੂੰ ਫਿਰਦੇ ਨੇ, ਬੰਦਾ ਨਹੀਂ ਲੱਭ ਰਿਹਾ ਜਿਹਨੂੰ ਨਹੀਂ ਸਮਝ ਆਈ ਅਜੇ ਤੱਕ ਸਿਵਾਏ ਮੰਤਰੀਆਂ ਤੋਂ। ਤੇ ਜਦੋਂ SP ਸਿੰਘ ਉਹ ਫੇਲ ਹੋ ਗਿਆ, ਫਿਰ ਇਹਨਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਵੀ ਇਹ ਤੇ ਆ ਗਏ। ਜਦੋਂ ਆ ਗਏ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਅਮਿਤ ਸ਼ਾਹ ਆਫ ਆਲ ਦਾ ਪੀਪਲ, ਹੁਣ ਇੱਕ ਮੋਦੀ ਪਿੱਛੇ ਰਹਿ ਗਿਆ ਜਿਹੜਾ ਨਹੀਂ ਸਾਹਮਣੇ ਆਇਆ, ਉਹ ਬੁਲਾ ਕੇ ਗੱਲ 13 ਬੰਦਿਆਂ ਨੂੰ ਕਹਿੰਦਾ ਕਿ ਦੇਖੋ ਮਾਫ ਕਰੋ, ਚੋਰੀ ਤੇ ਸਾਡੀ ਫੜੀ ਗਈ। ਇਹੋ ਹੀ ਹੈ ਨਾ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਸਾਰੇ ਦੇ ਸਾਰੇ ਸਾਡੇ ਜਿੰਨੇ ਵੀ ਅੰਦਰੋਂ ਕਹੋ ਤੇ ਮੈਂ ਜੋ ਚੇਂਜ ਕਹਿਣਾ ਕਰਨੋਂ ਸਾਨੂੰ ਇੰਨੀ ਇੱਜ਼ਤ ਰੱਖ ਲਓ ਕਿ ਉਹਦੀ ਜਿਲਦ ਰਹਿਣ ਦਿਓ। ਇਹ ਸੈਕੰਡ ਸਟੈਪ ਸੀਗਾ, ਸੈਕੰਡ ਜਾਨੀ ਕਲਾਈਂਬ ਡਾਊਨ ਸੀਗਾ ਇਸ ਸਰਕਾਰ ਦਾ। ਸਮਝ ਉਹਨਾਂ ਨੂੰ ਪੈ ਗਈ ਹੈ ਕਿ ਚੋਰੀ ਫੜੀ ਗਈ ਹੈ। ਜਿਹੜੇ ਚੌਕੀਦਾਰ ਕਹਿ ਰਹੇ ਸੀ ਦੇਸ਼ ਦੇ ਚੌਕੀਦਾਰ ਕਿ ਅਸੀਂ ਚੌਕੀਦਾਰ ਹਾਂ, ਉਹ ਬਿਲਕੁਲ ਲੋਕਾਂ ਨੇ ਵੇਲੇ ਸਿਰ ਐਨ ਗਿੱਚੀਆਂ ਫੜ ਲੈ ਚੋਰੀ ਕਰਦੇ। ਇਹ ਉਹਨਾਂ ਨੂੰ ਅਹਿਸਾਸ ਆ ਕਿ ਸਾਡੀ ਚੋਰੀ ਫੜੀ ਗਈ। ਇੱਕ ਮਿੰਟ, ਅਗਲੀ ਗੱਲ ਉਹਨਾਂ ਨੇ ਫਿਰ ਥੱਲੇ ਆਏ, ਹੋਰ ਥੱਲੇ ਆਏ ਵੀ ਜੇ ਨਹੀਂ ਤੁਸੀਂ ਬਿਲਕੁਲ ਹੀ ਮੰਨਦੇ ਫਿਰ ਅਸੀਂ ਸਸਪੈਂਡ ਕਰ ਦਿੰਦੇ ਹਾਂ, ਡੀਨੋਟੀਫਾਈ ਕਰ ਦਿੰਦੇ ਹਾਂ, ਕੁਝ ਦੇਰ ਤੋਂ ਬਾਅਦ 'ਚ ਦੇਖਾਂਗੇ। ਸੁਪਰੀਮ ਕੋਰਟ ਨੂੰ ਘਸੀੜਿਆ ਗਿਆ। ਇਨ ਬਿਟਵੀਨ ਇਸ ਨੂੰ ਬਦਨਾਮ ਕਰਨ ਲਈ ਲੇਬਲ ਕੀਤਾ ਗਿਆ, ਮਾਓਵਾਦੀ ਆ, ਪਾਕਿਸਤਾਨ ਦੇ ਬੈਕਡ ਆ, ਸਿੱਖਸ ਫਾਰ ਜਸਟਿਸ ਦੇ ਬੈਕਡ ਆ, ਉਹਨਾਂ ਤੋਂ ਪੈਸੇ ਆ ਰਹੇ ਆ, ਬੈਂਕਾਂ ਦੀਆਂ ਇਨਕੁਆਇਰੀਆਂ ਸ਼ੁਰੂ ਕਰਤੀਆਂ। ਕਿਆ ਕੁਛ ਨਹੀਂ ਹੋਇਆ, ਕਾਂਗਰਸ ਦਾ ਵੀ ਨਾਂ ਆਇਆ, ਪਾਰਟੀਆਂ ਦਾ ਨਾਂ ਆਇਆ, ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਕਿਸੇ ਤਰੀਕੇ ਨਾਲ ਨਹੀਂ ਸੂਤਰ ਆਇਆ, ਇਹ ਲਾਸਟ ਡਿਚ ਐਫਰਟ ਸੀਗਾ ਉਹਨਾਂ ਦਾ। ਕਿ ਫੀਲਡ ਹਥਿਆਰ ਸਰਕਾਰ ਕਿਉਂ ਯੂਜ਼ ਕਰਦੀ ਹੈ? ਪੰਜਾਬ ਦੇ ਵਿੱਚ ਇੱਕ ਵੱਡੀ ਮੂਵਮੈਂਟ ਉੱਠੀ ਇਸ ਖਿੱਤੇ ਦੇ ਵਿੱਚ ਕਿ ਰਾਜਾਂ ਨੂੰ ਖੁਦ ਮੁਖਤਾਰੀ ਚਾਹੀਦੀ ਹੈ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਬੜੀ ਗੱਲ ਹੋਈ, ਉਹ ਮੂਵਮੈਂਟ ਬਹੁਤ ਸਟਰੋਂਗ ਸੀ, ਪੀਪਲਜ਼ ਮੂਵਮੈਂਟ ਸੀ। ਉਹਦੇ ਉੱਤੇ ਲੇਬਲ ਲਾਇਆ ਗਿਆ, ਆਹਿਸਤਾ ਉਹ ਖਾਲਿਸਤਾਨੀ ਮੂਵਮੈਂਟਸ ਕਹਿਲਾਈ, ਆਹਿਸਤਾ ਉਹਨੂੰ ਜੀ ਮਿਲੀਟੈਂਟ ਕਹਿ ਦਿਓ, ਕਿਸੇ ਨੂੰ ਟੈਰਰਿਸਟ ਕਹਿ ਦਿਓ, ਖੜਕੂਵਾਦ ਆ ਗਿਆ। ਜਦੋਂ ਤੁਸੀਂ ਕਿਸੇ ਵੀ ਮੂਵਮੈਂਟ ਨੂੰ ਇਸ ਤਰੀਕੇ ਦੇ ਨਾਲ ਇੱਕ ਮਾੜਾ ਨਾਮ ਦੇ ਕੇ ਉਹਨੂੰ ਬਦਨਾਮ ਕਰਦੇ ਹੋ, ਮੂਵਮੈਂਟ ਕਮਸ ਬੈਕ ਟੂ ਹੌਂਟ ਯੂ। ਉਹ ਸਾਰੇ ਇਸ਼ੂਜ਼ ਉੱਥੇ ਦੇ ਉੱਥੇ ਪਏ ਰਹਿੰਦੇ ਨੇ, ਉਹ ਮੁੱਦੇ ਉੱਥੇ ਦੇ ਉੱਥੇ ਪਏ ਰਹਿੰਦੇ ਨੇ। ਇਹ ਮੁੱਦੇ ਵੀ ਜੇ ਇਸ ਤਰ੍ਹਾਂ ਭਟਕਾਏ ਜਾਣਗੇ ਤਾਂ ਮੁੱਦੇ ਤਾਂ ਉੱਥੇ ਹੀ ਰਹਿਣਗੇ। ਜਦੋਂ ਲੱਖਾਂ ਕਰੋੜਾਂ ਕਿਸਾਨ ਜਿਹੜੇ ਆ ਜ਼ਮੀਨ ਤੋਂ ਵਾਂਝੇ ਹੋਣਗੇ ਜਾਂ ਖੇਤੀ ਵਿੱਚੋਂ ਕੱਢ ਦਿੱਤੇ ਜਾਣਗੇ, ਜਾਂ ਜਿਹੜੀ ਸਟੈਗਨੇਸ਼ਨ ਹੈ, ਅਸੀਂ ਹਰ ਰੋਜ਼ ਅੱਜ ਵੀ ਮਤਲਬ ਤੁਸੀਂ ਆ ਸਾਰੇ ਹਫ਼ਤੇ ਲਗਾਤਾਰ ਕੋਈ ਦਿਨ ਨਹੀਂ ਗਿਆ ਕਿ ਕਿਸੇ ਕਿਸਾਨ ਨੇ ਕਰਜ਼ੇ ਕਾਰਨ ਖੁਦਕੁਸ਼ੀ ਨਾ ਕੀਤੀ ਹੋਵੇ। ਉਹ ਵੱਡੇ ਸਵਾਲ ਅੱਜ ਵੀ ਹਵਾ ਦੇ ਵਿੱਚ ਲਟਕਦੇ ਪਏ ਨੇ। ਦਿਸ ਵਿਲ ਕਮ ਬੈਕ ਟੂ ਹੌਂਟ। ਇੱਕ ਨਾ ਇੱਕ ਦਿਨ ਤਾਂ ਇਹਦੇ ਨਾਲ ਵਾਸਤਾ ਕਰਨਾ ਹੀ ਪਏਗਾ। ਗਵਰਨਮੈਂਟ ਫੀਲਡ ਹਥਿਆਰ ਕਿਉਂ ਯੂਜ਼ ਕਰਦੀ ਹੈ? ਦੇਖੋ ਉਹਨਾਂ ਨੂੰ ਐਵੇਂ ਲੱਗਦਾ ਨਾ ਕਿ ਮਾਈਕ ਹਥਿਆਰ ਪੁਰਾਣਾ ਲਿਆ ਵਾ ਨਾ 26 ਜਨਵਰੀ ਦੀ ਪਰੇਡ 'ਚ ਤੇ ਕਹਿਣਗੇ ਵੀ ਇਨਸਲਟ ਕਰਾਤੀ, ਨਵੀਂ ਮਿਸਾਈਲ ਲਿਆਣੀ ਚਾਹੀਦੀ। ਇਹਨਾਂ ਨੂੰ ਐਵੇਂ ਲੱਗਦਾ ਕਿ ਲੋਕਾਂ ਨੂੰ ਅਸੀਂ ਜਿਸ ਹਥਿਆਰ ਨਾਲ ਪਿੱਛੇ ਬੇਵਕੂਫ ਬਣਾਇਆ ਸੀ ਐਤਕੀ ਫਿਰ ਬਣਾਉਂਦੇ ਆ। ਜਿਹੜਾ ਲਾਸਟ ਹਥਿਆਰ ਵੀ ਤੁਸੀਂ ਇਹ ਕਿਹਾ ਕਿ ਇਹਨੂੰ ਮਿਲੀਟੈਂਸੀ ਦਾ ਦੇ ਦਿਓ ਜਾਂ ਇਹਨੂੰ ਕਹਿ ਦਿਓ ਕਿ ਦੇਖੋ ਜੀ ਇਹਨਾਂ ਨੇ ਨੇਸ਼ਨ ਦੀ ਬੇਇੱਜ਼ਤੀ ਕੀਤੀ। ਅਸੀਂ ਤੁਸੀਂ ਸਾਰੇ ਦੇਖ ਰਹੇ ਸੀ ਕਿ ਉੱਥੇ ਜਿਹੜੇ ਝੰਡੇ ਚੜੇ ਵੀ ਹੈ ਉਹਦੇ 'ਚ ਕਿਤੇ ਤਿਰੰਗੇ ਦੀ ਕੋਈ ਬੇਇੱਜ਼ਤੀ ਨਹੀਂ, ਔਰ ਉਹਨੂੰ ਪਤਾ ਨਹੀਂ ਕਿਵੇਂ ਫੈਬਰੀਕੇਟ ਕਰਕੇ ਕਿਸ ਤਰ੍ਹਾਂ ਕਰਕੇ ਇੱਕ ਵੀਡੀਓ ਚਲਾਤੀ। ਮੈਂ ਤਾਂ ਉੱਥੇ ਜਾਣਾ ਵੀ ਨਹੀਂ ਚਾਹੁੰਦਾ। ਮੈਨੂੰ ਲੱਗਦਾ ਉਹਦੇ ਬਾਰੇ ਇੰਨੀ ਜ਼ਿਆਦਾ ਡਿਬੇਟ ਹੋ ਗਿਆ, ਇੰਨਾ ਡਿਸਕਸ਼ਨ ਹੋ ਗਿਆ। ਸਾਰੀਆਂ ਮੂਵਮੈਂਟਸ ਦੇ ਵਿੱਚ ਕੋਈ ਨਾ ਕੋਈ ਵੇਵਰਡ ਐਲੀਮੈਂਟ ਹੁੰਦਾ, ਉਹਦੇ 'ਚ ਉਹ ਕੋਈ ਇਸ਼ੂ ਨਹੀਂ ਹੈ। ਸਾਡੀ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਨਰਮ ਦਲ ਬਣਦੇ ਰਹੇ, ਗਰਮ ਦਲ ਬਣਦੇ ਰਹੇ, ਬਹੁਤ ਕਿਸਮ ਦੇ ਇਸ ਕਿਸਮ ਦੇ ਨਾਅਰੇ ਆਏ। ਅਸੀਂ ਮਤਲਬ ਹੁਣ ਬੰਦੇ ਗਏ ਆ ਕੁਝ ਕਰਨ ਤੇ ਗਲਤੀ ਨਾਲ ਸਾਂਡਰਸ ਮਾਰਿਆ ਜਾਂਦਾ ਤੇ ਤੁਸੀਂ ਡਿਸਓਨ ਤਾਂ ਨਹੀਂ ਕਰ ਦਿੰਦੇ, ਹੈ ਨਾ? ਮੈਨੂੰ ਲੱਗਦਾ ਇਹ ਡਿਸਓਨਿੰਗ ਵਾਲੀ ਵੀ ਜਿਹੜੀ ਪ੍ਰੋਬਲਮੈਟਿਕ ਜੀ ਇੱਕ ਚੀਜ਼ ਹੈ। ਬਟ ਰਾਜੀਵ ਗੋਦਾਰਾ ਜੀ, ਆਈ ਐਮ ਨਾਟ ਗੋਇੰਗ ਦੇਅਰ, ਠੀਕ ਹੈ, ਇਹਦੇ ਤੇ ਤਾਂ ਬਹੁਤ ਸਾਰੇ ਓਕੇ ਯੂ ਵਾਂਟ ਟੂ ਸੇ ਸਮਥਿੰਗ ਫਸਟ? ਨਹੀਂ ਜੀ, ਮੈਂ ਸਿਰਫ ਇਹ ਗੱਲ ਕਰ ਰਿਹਾ ਸੀਗਾ ਕਿ ਡੈਮੋਕ੍ਰੇਸੀ ਦੀ ਇੱਕ ਤਾਕਤ ਹੁੰਦੀ ਹੈ ਕਿ ਪਲੂਰਲਿਜ਼ਮ ਉਹਦੇ 'ਚ ਹੋਵੇ। ਕਿਸੇ ਦਾ ਵਿਚਾਰ ਹੋ ਸਕਦਾ ਹੈ ਕਿ ਇਹ ਖੇਤੀ ਬਿੱਲ ਚੰਗੇ ਨੇ, ਇੱਕ ਵੱਡੇ ਜਨ ਸਮੂਹ ਦਾ ਵਿਚਾਰ ਹੈ ਕਿ ਖੇਤੀ ਬਿੱਲ ਨਹੀਂ ਠੀਕ। ਕਿੰਨਾ ਵੱਡਾ ਉਹ ਜਨ ਸਮੂਹ ਹੋ ਜਾਵੇ ਤਾਂ ਸਰਕਾਰ ਨੂੰ ਮੰਨ ਲੈਣਾ ਚਾਹੀਦਾ। ਮਤਲਬ ਇਹਦਾ ਕੋਈ ਤੇ ਕੋਈ ਮਨੁੱਖਤਾ ਦਾ ਮਾਪਦੰਡ ਹੋਣਾ ਚਾਹੀਦਾ। ਜੇ ਡੈਮੋਕ੍ਰੇਸੀ ਹੈ, ਤੁਸੀਂ ਸੱਚੇ ਦਿਲੋਂ ਬਿੱਲ ਬਣਾਏ ਹੋਣ ਕਿ ਇਹ ਸਭ ਤੋਂ ਠੀਕ ਹੈ, ਸਾਰਾ ਦੇਸ਼ ਕਵੇ ਕਿ ਸਾਨੂੰ ਨਹੀਂ ਠੀਕ, ਸਾਰੇ ਕਿਸਾਨ ਕਹਿਣ ਕਿ ਨਹੀਂ ਠੀਕ, ਤੇ ਤੁਹਾਡੀ ਚੱਲੇਗੀ ਕਿਉਂਕਿ ਤੁਸੀਂ ਇੱਕ ਇਲੈਕਟਿਡ ਸਰਕਾਰ ਹੋ, ਕਿ ਮਨੁੱਖਤਾ ਦੀ ਵੀ ਕੋਈ ਸੁਣੀ ਜਾਏਗੀ।
ਕੋਈ ਤਾਂ ਮਾਪਦੰਡ ਹੋਵੇ ਨਾ ਕਿ ਕੱਲ ਨੂੰ ਇਹ ਤਾਂ ਨਹੀਂ ਬਣ ਜਾਏਗਾ ਕਿ 138 ਕਰੋੜ ਕਹਿਣਗੇ ਪਰ 3 ਲੋਕਾਂ ਨੇ ਅਜੇ ਨਹੀਂ ਕੀਤਾ ਇਸ ਕਰਕੇ ਮੰਨੇਗਾ, ਅਜੇ ਤੱਕ ਅਮਿਤ ਸ਼ਾਹ ਜੀ ਨੂੰ ਉਹ ਮਾੜੇ ਨਹੀਂ ਲੱਗੇ ਇਸ ਕਰਕੇ ਬਿੱਲ ਰਹਿਣਗੇ। ਵੇਅਰ ਇਜ਼ ਦੈਟ ਲਾਈਨ? ਦੇਖੋ ਮੈਨੂੰ ਲੱਗਦਾ ਕਿ ਜਿਹੜੀ ਲਾਈਨ ਹੈ ਨਾ ਉਹ ਸਮਾਜ ਦੇ ਵਿੱਚ ਗੰਭੀਰ ਚਰਚਾ ਦੇ ਵਿੱਚੋਂ ਨਿਕਲਦੀ ਹੈ। ਤਰਾਸਦੀ ਸਾਡੇ ਸਮਾਜ ਦੀ ਹੈ। ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਆਰਐਸਐਸ, ਇਹਨੂੰ ਮੈਂ ਕੋਈ ਪਾਰਟੀ ਦੀ ਤਰ੍ਹਾਂ ਨਹੀਂ ਵੇਖ ਰਿਹਾ, ਮੈਂ ਇੱਕ ਪ੍ਰਵਿਰਤੀ ਦੀ ਤਰ੍ਹਾਂ ਵੇਖ ਰਿਹਾ, ਜਿਹੜੇ ਨੇ ਲਗਾਤਾਰ ਇਹ ਕੋਸ਼ਿਸ਼ ਕੀਤੀ ਕਿ ਇਸ਼ੂਜ਼ ਦੇ ਉੱਤੇ ਗੰਭੀਰ ਚਰਚਾ ਹੋਵੇ ਹੀ ਨਾ ਤੇ ਲਾਊਡ ਮੁਹਾਵਰਿਆਂ ਦੇ ਵਿੱਚ ਲਾਊਡ ਗੱਲ ਹੋਏ। ਇਹ ਸਮਾਜ ਇਸ ਤਰ੍ਹਾਂ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਵਿੱਚ ਬਾਅਦ ਦੇ ਵਿੱਚ ਜਿਹੜੇ ਇਹਨਾਂ ਦੇ ਵਿਰੋਧੀ ਸੀ ਉਹਨਾਂ ਨੇ ਵੀ ਇਹਨਾਂ ਨੂੰ ਹਰਾਉਣ ਵਾਸਤੇ ਇਸੇ ਤਰ੍ਹਾਂ ਦੀ ਭਾਸ਼ਾ ਦਾ, ਇਸੇ ਤਰ੍ਹਾਂ ਦੇ ਮੁਹਾਵਰੇ ਦਾ ਇਸਤੇਮਾਲ ਕੀਤਾ। ਹੁਣ ਅਲਟੀਮੇਟਲੀ ਹਾਲਤ ਇੱਥੇ ਆ ਗਈ। ਜੇ ਇਹ ਨਹੀਂ ਹੋਏਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਹ ਵੀ ਲੋੜ ਨਹੀਂ ਹੋਏਗੀ ਕਿ ਜਿੰਨੇ ਲੋਕ ਹੁਣ ਗਏ ਨੇ ਬਾਰਡਰ ਤੇ, ਮੈਂ ਕਹਿੰਦਾ ਇਹ ਤੋਂ 10ਵੇਂ ਹਿੱਸੇ ਦੇ ਬੰਦੇ ਵੀ ਵਿਰੋਧ ਕਰ ਰਹੇ ਹੋਣ, ਫਿਰ ਵੀ ਇਸ ਤੋਂ ਜ਼ਿਆਦਾ ਗੰਭੀਰ ਚਰਚਾ ਇਹਨਾਂ ਬਿੱਲਾਂ ਬਾਰੇ ਜਾਂ ਕਿਸੇ ਕਾਨੂੰਨ ਬਾਰੇ ਹੋਣੀ ਚਾਹੀਦੀ ਹੈ, ਸਰਕਾਰ ਨੂੰ ਕਰਨੀ ਚਾਹੀਦੀ ਹੈ। ਪਰ ਹੋ ਕੀ ਰਿਹਾ ਹੁਣ? ਏਡਾ ਵੱਡਾ ਜਨਸਮੂਹ ਆ ਗਿਆ ਉੱਥੇ, ਉਹਨੂੰ ਕਿਹਾ ਜਾਂਦਾ ਇਕੱਲੇ ਪੰਜਾਬ ਦਾ, ਫਿਰ ਮੰਨਿਆ ਕਿਹਾ ਜਾਂਦਾ ਪੰਜਾਬ ਹਰਿਆਣੇ ਦਾ। ਪੂਰੇ ਦੇਸ਼ ਦੇ ਵਿੱਚ ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਕਰਨਾਟਕ, ਤਮਿਲਨਾਡੂ, ਕੇਰਲ, ਬੰਗਾਲ, ਮਹਾਰਾਸ਼ਟਰ, ਕਿੱਥੋਂ ਦੇ ਲੋਕ ਨਹੀਂ ਹੈਗੇ? ਥੈਂਕ ਯੂ। ਇਹ ਸਾਰੇ ਉਹ ਸਟੇਟਾਂ ਦੇ ਲੋਕ ਨੇ ਤੇ ਉਹ ਸਾਰੇ ਮੁਜ਼ਾਹਰੇ ਨੇ, ਉਹ ਸਾਰੇ ਧਰਨੇ ਨੇ, ਉਹ ਪ੍ਰੋਟੈਸਟ ਨੇ ਜਿਹੜੇ ਸਾਡੇ ਟੀਵੀ ਦੀ ਸਕਰੀਨ ਤੇ ਇਸ ਕਰਕੇ ਨਹੀਂ ਨਜ਼ਰ ਆ ਰਹੇ ਕਿਉਂਕਿ ਅਸੀਂ ਫਿਰ ਦੀਪ ਸਿੱਧੂ ਨੂੰ ਵੀ ਤਾਂ ਕਈ ਘੰਟੇ ਡਿਸਕਸ ਕਰਨਾ ਹੁੰਦਾ। ਮੈਂ ਇਹ ਕਹਿ ਰਿਹਾ ਸੀ ਕਿ ਇਹ ਸਾਰੇ ਮਾਮਲੇ ਦੇ ਵਿੱਚ ਹੋਇਆ ਹੋ ਕੀ ਰਿਹਾ ਕਿ ਦੇਖੋ ਜੀ ਇਹ ਤਾਂ ਕੁਝ ਲੋਕ ਨੇ, ਹੁਣ ਇਹਦਾ ਕੋਈ ਪੈਮਾਨਾ ਤਾਂ ਹੋ ਨਹੀਂ ਸਕਦਾ। ਕੋਈ ਇਹ ਤੇ ਰੈਫਰੈਂਡਮ ਤਾਂ ਕਰਵਾਉਣ ਨਹੀਂ ਜਾ ਰਿਹਾ, ਜਾਂ ਤਾਂ ਤੁਸੀਂ ਰੈਫਰੈਂਡਮ ਦੀ ਕੋਈ ਵਿਧਾ ਬਣਾ ਲਓ ਜਾਂ ਤੁਸੀਂ ਉਸ ਪ੍ਰਕਿਰਿਆ ਨੂੰ ਅਪਣਾ ਲਓ ਜਦੋਂ ਇਸ ਤਰ੍ਹਾਂ ਦੇ ਅਮੂਲ ਚੂਲ ਵਿਵਸਥਾ ਨੂੰ ਬਦਲਣ ਵਾਲੇ ਕਾਨੂੰਨ ਜਦੋਂ ਲਿਆਏ ਜਾਣਗੇ, ਜਦੋਂ ਨੀਤੀਆਂ ਬਣਾਈ ਜਾਣਗੀਆਂ, ਉਸ ਤੋਂ ਪਹਿਲਾਂ ਦੇਸ਼ ਦੇ ਵਿੱਚ ਇੰਨੀ ਲੰਬੀ ਸੀਰੀਅਸ ਗੰਭੀਰ ਚਰਚਾ ਚਲਾਈ ਜਾਏਗੀ ਤੇ ਫਿਰ ਉਹਦੇ ਬਾਰੇ ਚਰਚਾ ਕਰੋਗੇ, ਫੈਸਲਾ ਕਰੋਗੇ। ਤੁਸੀਂ ਅਚਾਨਕ ਲਿਆਏ ਦਫ਼ਤਰਾਂ 'ਚ ਬਹਿ ਕੇ ਤੁਸੀਂ ਕੁਝ ਡਿਸਕਸ ਕੀਤਾ, ਤੁਸੀਂ ਕਹਿੰਦੇ ਹੋ 20 ਸਾਲ ਤੋਂ ਕੀਤਾ, ਲਿਆ ਕੇ ਤੁਸੀਂ ਕਾਨੂੰਨ ਬਣਾਤਾ। ਹੁਣ ਜਿਹੜੇ 542 ਬੰਦਿਆਂ ਨੇ ਫੈਸਲਾ ਕਰਤਾ ਜਾਂ 542 ਦੇ ਵਿੱਚੋਂ ਤੁਸੀਂ ਮੈਜੋਰਟੀ ਨਾਲ ਕਰਤਾ ਜਾਂ ਰਾਜ ਸਭਾ 'ਚ ਧੱਕੇ ਨਾਲ ਕਰਤਾ, ਵਾਟ ਐਵਰ ਇਟ ਇਜ਼, ਹੁਣ ਜਿੰਨਾ ਵੱਡਾ ਵਿਰੋਧ ਹੋ ਰਿਹਾ, ਸਮਾਜ ਦਾ ਵੱਡਾ ਹਿੱਸਾ ਇੱਕ ਤਰ੍ਹਾਂ ਚੁੱਪ ਰਹਿੰਦਾ ਹੈ। ਜਿਹੜਾ ਬੋਲ ਰਿਹਾ, ਜਿਹੜਾ ਵੋਕਲ ਹੈ, ਉਹਨੂੰ ਉਹਦੀ ਆਵਾਜ਼ ਸੁਣੋ ਨਾ, ਉਹ ਨਹੀਂ ਸੁਣ ਰਹੇ। ਇਹ ਸੀ ਰੁਝਾਨ ਨਹੀਂ ਬਣਾਇਆ ਜਿਹਦਾ ਸਰਕਾਰਾਂ ਨੂੰ ਫਾਇਦਾ ਉਠਾ ਰਹੀਆਂ ਨੇ ਤੇ ਇਸ ਕਰਕੇ ਉਹ ਕਹਿ ਦਿੰਦੀਆਂ ਨੇ ਏਡੇ ਵੱਡੇ ਇਕੱਠ ਨੂੰ ਵੀ ਕਿ ਲਈ ਇਹ ਤਾਂ ਲੋਕ ਨਹੀਂ ਚਾਹੁੰਦੇ ਜੀ, ਜਿਵੇਂ ਸਰਕਾਰ ਕਹਿੰਦੀ ਹੈ ਨਾ ਪੂਰਾ ਦੇਸ਼ ਨਹੀਂ ਚਾਹੁੰਦਾ। ਕੱਲ ਨੂੰ ਹਿਸਟਰੀ ਵੀ ਤਾਂ ਲਿਖੀ ਜਾਏਗੀ। ਮੰਨ ਲਓ ਕੋਈ ਬੰਦਾ ਕੱਲ ਨੂੰ ਕੋਈ ਰਿਸਰਚਰ ਤੁਹਾਡੇ ਵਰਗਾ ਕਿਤਾਬ ਲਿਖਦਾ ਕਿ ਜੀ ਪਾਰਲੀਮੈਂਟਰੀ ਹਿਸਟਰੀ, ਉਹ ਵਿਚਾਰਾ ਕੀ ਲਿਖੇਗਾ ਕਿ 6 ਜੂਨ ਨੂੰ ਐਡੀ ਕਿਹੜੀ ਮੁਸੀਬਤ ਸੀ ਕਿ ਉਸੇ ਦਿਨ ਆਰਡੀਨੈਂਸ ਪਾਸ ਕਰਨਾ ਪੈ ਗਿਆ, ਬਿੱਲ ਅਜੇ ਆਣਾ ਸੀ ਵੀ ਅੱਜ ਆਰਡੀਨੈਂਸ ਨਾਲ ਹੀ ਚਲਾ ਦਿਓ, ਤੇ ਫਿਰ ਬਿੱਲ ਵੇਲੇ ਐਡੀ ਕਿਹੜੀ ਮੁਸੀਬਤ ਸੀ ਕਿ ਅੱਜ ਹੀ ਹਰ ਤਰੀਕੇ ਨਾਲ ਬਿੱਲ ਪਾਸ ਕਰ ਦਿਓ। ਸਰਕਾਰ ਨੂੰ ਮੈਨੂੰ ਲੱਗਦਾ ਇਹਦੇ ਤੇ ਕਾਇਮ ਰਹਿਣਾ ਚਾਹੀਦਾ ਸੀ ਵੀ ਬਿੱਲ ਬੜੇ ਜ਼ਰੂਰੀ ਨੇ। ਆਹ ਜਿਹੜੀ ਬੜੀ ਗੜਬੜ ਹੋ ਗਈ ਹੈ ਕਿ ਸਰਕਾਰ ਕਹਿੰਦੀ 18 ਮਹੀਨੇ ਲਈ ਰੋਕ ਦਿੰਦੇ ਆ, ਇਹਦਾ ਮਤਲਬ ਹੈ 18 ਘੰਟੇ ਲਈ ਤਾਂ ਰੋਕੇ ਜਾ ਸਕਦੇ ਸੀ, 18 ਦਿਨਾਂ ਲਈ ਤਾਂ ਰੋਕੇ ਜਾ ਸਕਦੇ ਸੀ। ਤੁਸੀਂ 18 ਮਹੀਨੇ ਰੋਕਣ ਨੂੰ ਤਿਆਰ ਹੋ, ਇਹ ਉਸ ਦਿਨ ਰੋਕ ਲੈਂਦੇ। ਤੁਸੀਂ ਸਿਲੈਕਟ ਕਮੇਟੀ ਨੂੰ ਭੇਜ ਦਿੰਦੇ, ਸਿਲੈਕਟ ਕਮੇਟੀ ਉਹਦੇ ਤੇ 6 ਮਹੀਨੇ ਲਾ ਲੈਂਦੀ, 3 ਮਹੀਨੇ ਲਾ ਲੈਂਦੀ। ਐਸਪੀਜੀ ਇਹ ਵੀ ਸਪਸ਼ਟ ਕਰਨ ਦੀ ਲੋੜ ਹੈ ਕਿ ਜਿਹੜੀ ਸਰਕਾਰ ਹੁਣ ਕਹਿੰਦੀ 18 ਮਹੀਨੇ ਵਾਸਤੇ ਰੋਕ ਦਿੰਦੇ ਆ, ਇਹ ਸਰਕਾਰ ਦੀ ਕੋਈ ਸਦਿੱਛਾ ਨਹੀਂ ਗਈ। ਇਹਦੇ ਵਿੱਚ ਦੋ ਕਾਰਨ ਤੁਸੀਂ ਵਿਸ਼ੇਸ਼ ਵੇਖੋ। ਇੱਕ ਅੰਦੋਲਨ ਦਾ ਦਬਾਅ ਹੈ, ਅੰਦੋਲਨ ਦੇ ਦਬਾਅ ਤੋਂ ਉੱਤੇ ਉਹਨਾਂ ਦੀ ਚਾਲਾਕੀ ਵੀ ਹੈ। ਮੈਂ ਬਹੁਤ ਸਾਫ਼ ਸ਼ਬਦਾਂ 'ਚ ਜਿਹੜਾ ਕਹਿਣਾ ਚਾਹੁੰਦਾ, ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਸੀ ਸਰਕਾਰ ਨੂੰ ਕਿ ਤੁਸੀਂ ਇਹ ਕਾਨੂੰਨ ਸਸਪੈਂਡ ਕਰ ਦਿਓ, ਸਰਕਾਰ ਨਹੀਂ ਮੰਨੀ ਸੀ। ਕਿੰਨੇ ਦਿਨਾਂ ਦਾ ਫਾਸਲਾ ਸੀਗਾ ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਤੇ ਜਦੋਂ ਇਹਨਾਂ ਨੇ ਪ੍ਰਪੋਜ਼ਲ ਦਿੱਤੀ, ਉਹਦੇ ਵਿੱਚ ਤਾਂ ਬਹੁਤ ਫਾਸਲਾ ਨਹੀਂ ਸੀਗਾ। ਇਸ ਕਰਕੇ ਅੰਦੋਲਨ ਦੀ ਤੇਜ਼ੀ ਤੋਂ ਦਬਾਅ ਦੇ ਵਿੱਚ ਅੰਦੋਲਨ ਦੀ ਤੇਜ਼ੀ ਦੀ ਜਿਹੜੀ ਭਾਵਨਾ ਸੀ ਉਹਨੂੰ ਉਹਦਾ ਕਦਰ ਕਰਦੇ ਹੋਏ ਸਰਕਾਰ ਕਹਿ ਰਹੀ ਹੈ ਇਟ ਇਜ਼ ਨਾਟ ਲਾਈਕ ਦਿਸ। ਇਟ ਕਿਲਸ ਦੈਟ ਆਰਗੂਮੈਂਟ ਨਾ ਕਿ 6 ਜੂਨ ਨੂੰ ਆਰਡੀਨੈਂਸ ਬਹੁਤ ਜ਼ਰੂਰੀ ਸੀਗਾ ਤੇ ਫਲਾਣੇ ਦਿਨ ਲਈ ਬਿੱਲ ਬਹੁਤ ਜ਼ਰੂਰੀ ਸੀਗਾ। ਨਹੀਂ, ਦੈਟਸ ਵਾਟ ਆਮ ਸੇਇੰਗ। ਉਹ ਤਾਂ ਦੇਖੋ ਜੇ ਸੁਪਰੀਮ ਕੋਰਟ ਨਾ ਕਹਿੰਦੀ, ਸਰਕਾਰ ਵੀ ਨਾ ਕਹਿੰਦੀ, ਫਿਰ ਵੀ 6 ਜੂਨ ਨੂੰ ਆਰਡੀਨੈਂਸ ਦਾ ਕੋਈ ਮਤਲਬ ਨਹੀਂ ਸੀਗਾ। ਮੇਰੀ ਸਿਰਫ ਪ੍ਰੋਬਲਮ ਹੈ ਕਿ ਮੇਰੀ ਪਾਰਲੀਮੈਂਟ ਦਾ ਤਾਂ ਮਜ਼ਾਕ ਬਣ ਗਿਆ ਨਾ। ਨਹੀਂ ਸਰ, ਮੈਂ ਤੁਹਾਨੂੰ ਦੂਜੀ ਗੱਲ ਕਹਿ ਰਿਹਾ ਕਿ ਸਰਕਾਰ ਨੂੰ ਦਿਸਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ 6 ਮਹੀਨੇ 18 ਮਹੀਨੇ ਫੈਸਲੇ ਹੋਣ 'ਚ ਲੱਗਣਗੇ ਤੇ ਇਸ ਦੌਰਾਨ ਸਸਪੈਂਡ ਰਹਿਣੇ ਹੀ ਰਹਿਣੇ ਨੇ। ਉਹ ਇਹਨਾਂ ਨਹੀਂ ਕੇਸ ਰਹਿਣੇ ਹੀ ਹੈ। ਇਸ ਕਰਕੇ ਸਰਕਾਰ ਦੇਖੋ ਜੀ, ਸਰਕਾਰ ਤਾਂ ਇੱਕ ਨੈਰੇਟਿਵ ਕ੍ਰੀਏਟ ਕਰ ਰਹੀ ਹੈ ਕਿ ਦੇਖੋ ਜੀ ਅਸੀਂ ਇੰਨੀ ਸਦਿੱਛਾ ਦਿਖਾਈ, ਸਸਪੈਂਡ ਕਰ ਰਹੇ ਸੀ, ਕਿਸਾਨ ਜਿੱਦੀ ਨੇ। ਸਰਕਾਰ ਇਹ ਚਾਲਾਕੀ ਕਰ ਰਹੀ ਹੈ ਇੱਥੇ। ਤੇ ਦੂਜਾ ਜਿਹੜਾ ਤੁਸੀਂ ਇਹਨੂੰ 18 ਮਹੀਨੇ ਆਰਡੀਨੈਂਸ ਵਾਲੀ ਗੱਲ ਕਰੋ, ਮੈਂ ਕਹਿੰਦਾ 18 ਮਹੀਨੇ ਆਰਡੀਨੈਂਸ ਨੂੰ ਛੱਡ ਦਿਓ, ਆਰਡੀਨੈਂਸ ਦੀ ਤਾਂ ਕੋਈ ਲੋੜ ਹੈ ਹੀ ਨਹੀਂ ਸੀ। ਜਦੋਂ ਤੁਸੀਂ ਬਿੱਲ ਵੀ ਲੈ ਕੇ ਆਏ, ਕਮੇਟੀਜ਼ ਨੂੰ ਭੇਜਣਾ ਚਾਹੀਦਾ ਸੀ। ਮੈਂ ਕਮੇਟੀ ਤੋਂ ਅੱਗੇ ਜਾ ਰਿਹਾ ਸਰ। ਮੈਂ ਕਹਿੰਦਾ ਪੂਰੇ ਦੇਸ਼ ਦੇ ਵਿੱਚ ਕਮੇਟੀਆਂ ਵੀ ਕੀ ਕਰਦੀਆਂ ਨੇ, ਕਮੇਟੀਆਂ ਵੀ ਉੱਥੇ ਬੁਲਾਉਂਦੀਆਂ ਨੇ, 5-10 ਮਿੰਟ ਗੱਲਾਂ ਕਰਦੀਆਂ ਨੇ। ਇੱਕ ਕਮੇਟੀ ਲੈਂਡ ਐਕੁਇਜ਼ੀਸ਼ਨ ਬਾਰੇ ਸੀ, ਮੈਂ ਵੀ ਉੱਥੇ ਜਾਣ ਵਾਲਿਆਂ 'ਚ ਮੈਨੂੰ ਮੌਕਾ ਮਿਲਿਆ ਸੀ। ਉਹ ਕੁਝ ਗੱਲਾਂ ਪੁੱਛਦੇ ਨੇ, ਦੱਸ ਦਿਓ, ਤੁਸੀਂ ਚਲੇ ਜਾਓ। ਦੇਸ਼ ਦੇ ਵਿੱਚ ਇੱਕ ਗੰਭੀਰ ਇਸ਼ੂ ਚੱਲਣਾ ਚਾਹੀਦਾ ਸੀ। ਉਹ ਤੋਂ ਜਿਹੜੀ ਸਰਕਾਰ ਹੁਣ ਕਹਿੰਦੀ ਹੈ ਕਿ ਦੇਖੋ ਜੀ APMC ਦੇ ਵਿੱਚ ਦਿੱਕਤ ਹੈ, ਵਿਚੋਲੀਆ ਹੈ, ਇਹ ਸਾਰੀ ਗੱਲਾਂ ਕਰਦੇ, ਫਿਰ ਲੋਕ ਕਹਿੰਦੇ ਵੀ ਇੱਥੇ ਇਹਦਾ ਸਮਾਧਾਨ ਹੋਣਾ ਚਾਹੀਦਾ ਹੈ, ਇੱਥੇ ਇਹਦਾ ਹੋਣਾ ਚਾਹੀਦਾ ਹੈ। ਫਿਰ ਲੋਕ ਇਹ ਵੀ ਕਹਿੰਦੇ ਕਿ
ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਹੋਣਾ ਚਾਹੀਦਾ ਹੈ। ਹਾਂ, ਲੋਕ ਫਿਰ ਉਹ ਇਹ ਗੱਲ ਵੀ ਪਹਿਲਾਂ ਕਹਿੰਦੇ ਫਿਰ ਇਹ ਬਿੱਲ ਦਾ part ਕਰਜ਼ ਹੋਊਗਾ। ਮੁਕਤੀ ਦਾ ਕਾਨੂੰਨ ਵੀ ਬਣਾਓ, ਲੋਕ ਇਹ ਵੀ ਕਹਿੰਦੇ ਨਾ ਫਿਰ ਤੁਸੀਂ ਉਹ ਨਹੀਂ ਲਿਆਏ ਜਿਨ੍ਹਾਂ ਦੀ ਲੋੜ ਸੀਗੀ। ਇਹ ਘੋੜਾ ਕਿਸੇ ਦਿਨ ਟਾਂਗੇ ਦੇ ਪਿੱਛੇ ਲਾ ਕੇ ਵੇਖੋ ਕਿੱਡੀ ਤੇਜ਼ ਟਾਂਗਾ ਭਜਦਾ। ਬੇਸਿਕਲੀ ਸਰਕਾਰ ਨੇ ਪੁੱਠਾ ਕੰਮ ਕੀਤਾ ਵੀ ਅੱਗੇ ਟਾਂਗਾ ਲਾ ਦਿੰਨੇ ਆ, ਪਿੱਛੇ ਘੋੜਾ ਲਾ ਦਿੰਨੇ ਆ, ਪਹਿਲਾਂ ਬਿੱਲ ਪਾਸ ਕਰ ਦਿੰਨੇ ਆ, ਬਾਅਦ ਇਹ ਲੋਕਾਂ ਨਾਲ ਡਿਸਕਸ ਕਰ ਲਾਂਗੇ ਚੰਗੇ ਆ ਕਿ ਨਹੀਂ ਹੈ। ਸਿੰਘ ਜੀ ਮੈਂ ਇਸੇ ਗੱਲ ਥੋੜੀ ਜਿਹੀ ਇੰਨੀ ਕੀ ਗੱਲ ਹੀ ਕਹਿਣੀ ਹੈ ਕਿ ਕੱਲਾ ਇਹਦੇ ਨਾਲ ਤੇ ਨਹੀਂ ਇੰਜ ਹੋਇਆ। ਇਸੇ ਤਰੀਕੇ ਨਾਲ ਲੇਬਰ ਲਾਜ਼ ਵੀ ਫਟਕ ਦੇਣੀ ਪਾਸ ਕਰ ਜੀ ਵਿਲ ਟਾਕ ਅਬਾਊਟ ਇਸੇ ਤਰੀਕੇ ਨਾਲ ਸੀਏ ਹੋਇਆ ਸੀਗਾ ਤੇ ਖਾਸ ਕਰਕੇ ਧਾਰਾ 370 ਕਸ਼ਮੀਰ ਵਾਲੀ 5 ਅਗਸਤ 2019 ਨੂੰ ਹਟਾਉਣ ਵਾਲੀ ਉਹ ਤੇ ਧੱਕੇ ਨਾਲ ਕੀਤੀ ਗਈ ਸੀ। ਮੈਨੂੰ ਲੱਗਦਾ ਇਹਨਾਂ ਨੂੰ ਆਦਤ ਤਿਰੰਗੇ ਦੀ ਬੇਹਰਮਤੀ ਦੀਆਂ ਗੱਲਾਂ ਹੋ ਰਹੀਆਂ ਨੇ ਨਾ, ਇਹਦੇ ਨਾਲ ਇਹ ਸਾਰੀਆਂ ਗੱਲਾਂ ਹੋ ਜਾਣੀਆਂ ਚਾਹੀਦੀਆਂ ਨੇ ਕਿ ਇਹ ਮੇਰੀ ਪਾਰਲੀਮੈਂਟ ਦੀ ਬੇਹਰਮਤੀ ਹੈ। ਤੁਸੀਂ ਇੱਕ ਇੰਸਟੀਟਿਊਸ਼ਨ ਤਬਾਹ ਕਰ ਰਹੇ ਹੋ। ਜੋ ਕੁਝ ਇੰਦਰਾ ਗਾਂਧੀ ਨੇ ਕੀਤਾ ਉਹ ਤੁਸੀਂ ਕਰ ਰਹੇ ਹੋ। ਉਸ ਵੇਲੇ ਉਹ ਰਾਸ਼ਟਰਪਤੀ ਅੱਧੀ ਰਾਤ ਨੂੰ ਸਾਈਨ ਕਰ ਦਿੰਦਾ ਸੀ ਤੇ ਦੇਸ਼ 'ਚ ਐਮਰਜੈਂਸੀ ਲੱਗ ਜਾਂਦੀ ਸੀ। ਤੁਸੀਂ ਧੱਕੇ ਨਾਲ ਕਾਨੂੰਨ ਉੱਥੇ ਪਾਸ ਕਰਵਾਉਂਦੇ ਹੋ। ਰਾਜ ਸਭਾ ਦੇ ਵਿੱਚ ਇੱਕ ਬੰਦਾ ਵੀ ਕਹਿ ਦੇਵੇ, ਕਾਨੂੰਨ ਇਹ ਦੇਸ਼ ਦਾ, ਇੱਕ ਆਦਮੀ ਕਹਿ ਦੇਵੇ ਕਿ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ ਤੇ ਡਿਵੀਜ਼ਨ ਕਰਨੀ ਪੈਂਦੀ ਹੈ। ਉੱਥੇ ਬੰਦੇ ਚੀਕਾਂ ਮਾਰ ਕੇ ਕਹਿ ਰਹੇ ਨੇ ਡਿਵੀਜ਼ਨ, ਤੇ ਸਪੀਕਰ ਸਾਹਿਬ ਜਿਹੜੇ ਚੇਅਰਮੈਨ ਸਾਹਿਬ ਉਹ ਡਿਵੀਜ਼ਨ ਨਹੀਂ ਕਰਵਾ ਰਹੇ। ਸੋ ਮੈਨੂੰ ਲੱਗਦਾ ਜਦੋਂ ਪਾਰਲੀਮੈਂਟ ਸਾਹਮਣੇ ਬੰਦਾ ਮੱਥਾ ਟੇਕਦਾ ਨਾ, ਤੇ ਹੁਣ ਨਵੇਂ ਵਾਲੀ ਬਣਨੀ ਪਾਰਲੀਮੈਂਟ ਕੋਈ ਮੱਥਾ ਨਾ ਟੇਕ ਦੇਵੇ, ਇਹ ਪਖੰਡ ਨਹੀਂ ਕਰਨਾ ਚਾਹੀਦਾ। ਇਹ ਜਿਵੇਂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੀਆਂ ਗੱਲਾਂ ਨੇ, ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਬਟ ਵੀਲ ਕੀਪ ਟਾਕਿੰਗ ਦ ਸੇਮ ਇਨ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਉਹਨਾਂ ਗੱਲਾਂ ਬਾਰੇ ਜਿਨ੍ਹਾਂ ਗੱਲਾਂ ਬਾਰੇ ਦਰਅਸਲ ਗੱਲਾਂ ਕਰ ਰਹੇ ਸੀ ਤੇ ਅਚਾਨਕ ਵਿੱਚ ਇਹੋ ਜਿਹੇ ਭਟਕਣ ਵਾਲੀਆਂ ਚੀਜ਼ਾਂ ਆ ਗਈਆਂ। ਕਿਸੇ ਨੂੰ ਲਾਲ ਕਿਲੇ ਦੇ ਉੱਤੇ ਕੁਝ ਹੰਗਾਮਾ ਰੇਜ਼ ਕਰਨ ਦਾ ਵੱਲ ਆ ਗਿਆ ਤੇ ਫਿਰ ਸਰਕਾਰ ਨੂੰ ਕਿਸਾਨਾਂ ਦੇ ਨਾਲ ਡੀਲ ਕਰਨ ਦੇ ਪਹਿਲਾਂ ਪਿਆਰ ਮੁਹੱਬਤ ਵਾਲੇ ਨੁਸਖੇ ਸੀ, ਇਕੱਠੇ ਲੰਗਰ ਛਕਣ ਵਾਲੇ, ਫਿਰ ਉਹਨਾਂ ਦੀ ਬਿਜਲੀ ਕੱਟਣ ਵਾਲੇ, ਪਾਣੀ ਕੱਟਣ ਵਾਲੇ ਤੇ ਇੰਟਰਨੈਟ ਕੱਟਣ ਵਾਲੇ ਵੀ ਨੁਸਖੇ ਅਪਣਾਏ ਗਏ ਨੇ। ਤੇ ਜੇ ਅੰਦੋਲਨ ਨੇ ਇਸ ਕਿਸਮ ਦੇ ਮੋੜੇ ਲੈਣੇ ਨੇ ਤਾਂ ਫਿਰ ਸਕਸੈਸ ਇਹਦੇ ਵਿੱਚ ਹੀ ਹੁੰਦੀ ਹੈ ਕਿ ਤੁਸੀਂ ਅੰਦੋਲਨ ਜਿਹੜੇ ਮੁੱਦਿਆਂ ਤੇ ਹੈ ਤੁਸੀਂ ਉਹਨਾਂ ਮੁੱਦਿਆਂ ਦੇ ਉੱਤੇ ਡਟੇ ਰਹੀਏ ਤੇ ਆਪਾਂ ਉਹਦੇ ਬਾਰੇ ਹੀ ਗੱਲ ਕਰਦੇ ਰਹੀਏ ਤਾਂ ਜੋ ਇਹ ਭਟਕਣਾ ਜਿਹੜੀਆਂ ਨੇ ਇਹ ਆਪਣਾ ਵਜੂਦ ਵੈਸੇ ਹੀ ਗਵਾ ਲੈਣ। ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਅਤੇ ਰਾਜੀਵ ਗੋਦਾਰਾ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ, ਬਿੱਲ ਅੱਜ ਹੋ ਜਾਣ, ਰਹਿਣ ਨਾ ਰਹਿਣ, ਸਰਕਾਰ ਥੋੜੀ ਦੇਰ ਸਸਪੈਂਡ ਕਰ ਦੇਵੇ, ਵਾਪਸ ਹੀ ਹੋ ਜਾਣ, ਕੋਈ ਦੁਬਾਰਾ ਫਾਰਮੂਲਾ ਬਣੇ, ਦੁਬਾਰਾ ਤੋਂ ਬਿੱਲ ਬਣਨ, ਵਾਟ ਏਵਰ ਵਿਲ ਹੈਪਨ, ਕੁਝ ਸਵਾਲ ਤਾਂ ਫਿਰ ਵਾਪਸ ਆਣੇ ਹੀ ਨੇ ਟੇਬਲ ਦੇ ਉੱਤੇ। ਇੱਥੇ ਆ ਜਾਣ, ਪਾਰਲੀਮੈਂਟ 'ਚ ਆ ਜਾਣ, ਨਵੀਂ ਕੋਈ ਸਿਲੈਕਟ ਕਮੇਟੀ ਬਣੇਗੀ, ਉਹਦੇ ਵਿੱਚ ਚਲੇ ਜਾਣ ਕਿ ਭਾਈ ਐਮਐਸਪੀ ਦਾ ਕੀ ਬਣੇਗਾ, ਐਮਐਸਪੀ ਕੈਲਕੂਲੇਟ ਕਿਵੇਂ ਕੀਤੀ ਜਾਂਦੀ ਹੈ। ਬਲਕਿ ਸਵਾਲ ਹੋਰ ਵੱਡੇ ਹੋ ਜਾਣਗੇ ਜਦੋਂ ਐਮਐਸਪੀ ਦੀ ਗੱਲ ਹੋਏਗੀ ਕਿ ਐਮਐਸਪੀ ਸਾਰੇ ਦੇਸ਼ ਦੇ ਵਿੱਚ ਇੱਕੋ ਹੀ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ ਕਿਸਾਨ ਦਾ ਖਰਚਾ ਪਰ ਏਕੜ ਉਨਾ ਹੀ ਆਉਂਦਾ ਕਣਕ ਤੇ ਜਿੰਨਾ ਕਿਸੇ ਹੋਰ ਦਾ ਆਉਂਦਾ। ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦਾ ਕੀ ਹੋਇਆ, ਉਹ ਕੱਲੀ ਐਮਐਸਪੀ ਦੀ ਗੱਲ ਤਾਂ ਹੈ ਨਹੀਂ, 2500 ਪੇਜਾਂ ਦੀ ਰਿਪੋਰਟ ਆ, ਉਹਦੇ ਵਿੱਚ ਹੋਰ ਕੀ ਹੈ। ਜਿਸ ਵੇਲੇ ਲੋਕਾਂ ਨੂੰ ਸਮਾਂ ਮਿਲੇਗਾ ਫਿਰ ਉਹ ਸਾਰੀ ਸਵਾਮੀਨਾਥਨ ਕਮਿਸ਼ਨ ਦੀ ਸਾਰੀ ਰਿਪੋਰਟ ਘੋਖ ਦੇਣਗੇ, ਪੁੱਛਣਗੇ ਹੋਰ ਕੀ ਹੈ। ਫਿਰ ਏਪੀਐਮਸੀ ਮੰਡੀਆਂ ਬਾਰੇ ਜਦੋਂ ਗੱਲ ਹੋਏਗੀ ਕਿ ਇੱਥੇ ਤੋੜੋ ਨਾ, ਤੇ ਜਿਨ੍ਹਾਂ ਕੋਲ ਨਹੀਂ ਹੈਗੀਆਂ ਉਹ ਪੁੱਛਣਗੇ ਸਾਡੇ ਬਣੀਆਂ ਕਿਉਂ ਨਹੀਂ ਸੀ, ਕਿਹਨਾਂ ਨੇ ਨਹੀਂ ਸੀ ਬਣਾਉਣੀਆਂ, ਉੱਥੇ ਮਿਸਿੰਗ ਕਿਉਂ ਨੇ, ਜਿੱਥੇ ਹੈਗੀਆਂ ਨੇ। ਏਪੀਐਮਸੀ ਦੇ ਵਿੱਚ ਜਿਹੜੇ ਸੱਚੀ ਗੱਲ ਹੈ, ਜਿਹੜਾ ਆੜਤੀ ਉੱਥੇ ਜੋ ਕਰਦਾ ਹੈ ਤੇ ਕਰਜ਼ ਦਾ ਜਿਹੜਾ ਰੇਟ ਹੈ ਉਹਦੀ ਵੀ ਗੱਲ ਹੋਏਗੀ ਤੇ ਹੋਣੀ ਚਾਹੀਦੀ ਹੈ। ਇਹ ਮਤਲਬ ਇਹ ਸਾਰਾ ਕੁਝ ਹੋਏਗਾ ਨਾ। ਦੈਟਸ ਵਾਟ ਆਈ ਐਮ ਆਸਕਿੰਗ ਕਿ ਤੁਸੀਂ ਇਹ ਸਾਰਾ ਅੰਦੋਲਨ ਜੇ ਇੰਨਾ ਰੈਜ਼ਿਸਟ ਕਰ ਰਹੀ ਹੈ ਸਰਕਾਰ, ਟੂ ਵਾਟ ਐਂਡ, ਇਵੈਂਚੁਅਲੀ ਕੀ ਹੋਏਗਾ? ਤੁਸੀਂ ਕੁਝ ਵੀ ਦੁਬਾਰਾ ਕਰੋਗੇ, ਮੁੱਦਾ ਉੱਥੇ ਦਾ ਉੱਥੇ ਪਿਆ ਭਾਈ, ਮੇਜ਼ ਦੇ ਉੱਤੇ, ਕਮਰੇ ਵਿੱਚ ਹਾਥੀ ਹੈ, ਤੁਸੀਂ ਕਿੰਨੀ ਦੇਰ ਨਹੀਂ ਦੇਖੋਗੇ, ਕੋਈ ਨਾ ਕੋਈ ਕਹੇਗਾ ਸਰ ਇਹ ਗੱਲ ਕਹਿਣੀ ਹੈ, ਹਾਂ ਕਮਰੇ 'ਚ ਹਾਥੀ ਹੈ। ਨਹੀਂ ਸਰ, ਜਦੋਂ ਬਾਈਨਰੀਜ਼ ਬਣਦੀਆਂ ਉਦੋਂ ਨਹੀਂ ਦੇਖੀ ਜਾਂਦੀਆਂ ਨਾ। ਹੁਣ ਵੀ ਬਾਈਨਰੀਜ਼ ਬਣੀਆਂ ਹੋਈਆਂ, ਹਾਂ ਬਾਈਨਰੀਜ਼ ਬਣੀਆਂ, ਇਸ ਕਰਕੇ ਤੁਸੀਂ ਹੱਕ ਵਿੱਚ ਹੋ ਕਿ ਵਿਰੋਧ ਵਿੱਚ ਹੋ। ਇਸ ਕਰਕੇ ਵਿਚੋਲੀਆ ਖਤਮ ਕਰੋ ਨਾਰਾ ਤਾਂ ਹੈਗਾ, ਪਰ ਵਿਚੋਲੀਆ ਜਿਹੜਾ ਆੜਤੀਆ ਜਿਹੜਾ ਹੈ ਉਹ ਕੀ ਰੇਟ ਆਫ ਇੰਟਰਸਟ ਲੈਂਦਾ ਹੈ। ਮੈਂ ਤੁਹਾਨੂੰ ਅਗਲੀ ਗੱਲ 'ਚ ਆਪਦਾ ਪਰਸਨਲ ਅਨੁਭਵ ਦੱਸੂਗਾ ਉਹ ਕਿੰਨਾ ਰੇਟ ਆਫ ਇੰਟਰਸਟ ਲੈਂਦਾ, ਤੇ ਸਰਕਾਰ ਵਿਆਜ ਸਸਤੇ ਰੇਟ ਤੇ ਕਿਸਾਨਾਂ ਨੂੰ ਦੇਣ ਦੀ ਕੋਈ ਵਿਵਸਥਾ ਨਹੀਂ ਕਰਦੀ, ਤੇ ਕਿਵੇਂ ਤੁਸੀਂ ਸੁਧਾਰ ਲਓਗੇ ਇਹ ਚੀਜ਼ਾਂ? ਦੇਖੋ ਇਹ ਤੇ ਖੇਤੀ ਦਾ ਤੇ ਐਸਪੀ ਸਿੰਘ ਬੜਾ ਜੀ ਕਿਸਾਨ ਆਰਗੇਨਾਈਜੇਸ਼ਨਾਂ ਨੂੰ ਪਤਾ ਹੋਣਾ ਚਾਹੀਦਾ ਜਿਸ ਵੇਲੇ ਮੁੱਦੇ ਸਾਰੇ ਖੁੱਲਣਗੇ ਫਿਰ ਲੈਂਡ ਰਿਫਾਰਮਸ ਦੇ ਮੁੱਦੇ ਵੀ ਖੁੱਲਣਗੇ, ਲੈਂਡ ਸੀਲਿੰਗ ਐਕਟ ਦੇ ਮੁੱਦੇ ਵੀ ਖੁੱਲਣਗੇ, ਬਲਕਿ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਨਹੀਂ ਹੋਣੀਆਂ ਤੇ ਚਾਹੀਦੀਆਂ ਆ। ਇਸ ਵੇਲੇ ਇਹ ਗੱਲ ਤੇ ਤੁਹਾਡੀ ਠੀਕ ਹੈ, ਮੇਰਾ ਮਤਲਬ ਹੈ ਸਰਕਾਰ ਜੇ ਫਾਇਦੇ 'ਚ ਰਹੇਗੀ, ਮੈਂ ਤੇ ਵੈਸੇ ਇਹ ਗੱਲ ਦੱਸਣੀ ਨਹੀਂ ਚਾਹੀਦੀ ਸਰਕਾਰ ਦੇ ਫਾਇਦੇ ਦੀ, ਜੇ ਹੁਣੇ ਖੇਤੀ ਬਿੱਲ ਵਾਪਸ ਲੈ ਲਏ ਤੇ ਸਰਕਾਰ ਦੇ ਤੇ ਫਾਇਦੇ ਬੜੇ ਨੇ। ਜੇ ਬਹਿਸ ਇਦਾਂ ਚੱਲਦੀ ਰਹੀ ਤੇ ਇਸ ਬਹਿਸ ਨੇ ਤਾਂ ਬਹੁਤ ਖੁੱਲਣਾ। ਨਹੀਂ ਦੇਖੋ, ਜਿੱਥੇ ਦੋ ਲੈਵਲ ਤੇ ਹੈ ਸੋਸ਼ਲ ਜਸਟਿਸ ਜਿਹੜੀ ਸਾਡੀ ਵੈਲਫੇਅਰ ਸਟੇਟ ਹੈ, ਇੱਕ ਤੇ ਉਹਦੇ ਸਵਾਲ ਹੈਗੇ ਸਟੇਟ ਵੱਲੋਂ ਜਿਹੜੇ ਬਿਲਕੁਲ ਉਹਦਾ ਖਤਰਾ ਪੈਦਾ ਹੋ ਗਿਆ, ਇਸ ਕਰਕੇ ਸਾਰੇ ਇਕੱਠੇ ਹੋਏ ਆ।
ਫਾਰ ਇੰਸਟੈਂਸ ਜੇ ਸਰਕਾਰ ਖਰੀਦ ਬੰਦ ਕਰ ਦਿੰਦੀ ਹੈ, FCI ਖਰੀਦ ਬੰਦ ਕਰ ਦਿੰਦੀ ਹੈ, ਪ੍ਰਾਈਵੇਟ ਲੋਕਾਂ ਨੂੰ ਤੁਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਤੁਸੀਂ ਇੱਕ ਤੋੜ ਮਰੋੜ ਕੇ ਖੁੱਲੀ ਜਿੰਨੀ ਹੋਲਡਿੰਗ ਕੋਈ ਕਰ ਸਕਦਾ ਕਰੂਗਾ, ਤੇ ਇਹਦਾ ਮਤਲਬ ਤੇ ਮਾਰਕੀਟ ਦੇ ਵਿੱਚ ਪ੍ਰਾਈਸਿਸ ਸ਼ੂਟ ਅਪ ਕਰਨਗੇ। ਮਾਰਕੀਟ ਡਿਟਰਮਾਈਨ ਨਹੀਂ ਕਰੂਗੀ, ਹੋਲਡਿੰਗ ਡਿਟਰਮਾਈਨ ਕਰੂਗੀ, ਨਾ ਇਹ ਮਾਰਕੀਟ ਦਾ ਲੈਂਦੇ। ਮਾਰਕੀਟ ਆੜਤੀਆ ਵੀ ਛੋਟਾ ਰਗੜਿਆ ਜਾਏਗਾ, ਬਿਲਕੁਲ ਵੱਡਾ ਵੀ ਛੋਟਾ ਹੋ ਜਾਏਗਾ, ਸਾਰਾ ਕੁਝ ਪੀ ਸਾਈਨਾਥ ਨੇ ਉਹਨਾਂ ਸ਼ਾਹੂਕਾਰਾਂ ਦੀ ਬਹੁਤ ਗੱਲ ਕੀਤੀ ਹੈ ਗੁਜਰਾਤ ਦੇ ਵਿੱਚ, ਵਿਦਰਭਾ ਰੀਜਨ ਦੇ, ਜਿਹੜੇ ਸੁਸਾਈਡ ਕਰ ਗਏ ਕਿਉਂਕਿ ਸ਼ਾਹੂਕਾਰਾਂ ਦਾ ਧੰਦਾ ਤੇ ਕਿਸਾਨ ਦੇ ਉੱਤੇ ਡਿਪੈਂਡੈਂਟ ਸੀ। ਕਿਸਾਨ ਸੁਸਾਈਡ ਕਰ ਗਿਆ ਤੇ ਸ਼ਾਹੂਕਾਰ ਦੇ ਪੱਲੇ ਕੀ ਬਚਣਾ? ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜਾ ਜਦੋਂ ਬੈਂਕਾਂ ਉਹਨਾਂ ਨੂੰ ਹੋਰ ਕਰਜ਼ਾ, ਖਾਸ ਕਰ ਪੰਜਾਬ ਹਰਿਆਣੇ ਵਰਗੀਆਂ ਸਟੇਟਾਂ ਨੂੰ ਜਿੱਥੇ ਪਹਿਲਾਂ ਹੀ ਬਹੁਤ ਲੋਕ ਕਰਜ਼ਾਈ ਆ, ਹੋਰ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਲਿਮਟਾਂ ਜਿਹੜੀਆਂ ਉਹ ਕ੍ਰਾਸ ਕਰ ਚੁੱਕੇ ਆ, ਤਾਂ ਉਹ ਫਿਰ ਜਦੋਂ ਹੋਰ ਕਰਜ਼ੇ ਦੀ ਲੋੜ ਪੈਂਦੀ ਹੈ ਤਾਂ ਪਰ ਮਨਜੀਤ ਜਿਹੜੀ ਰਾਜੀਵ ਗੁਦਾਰਾ ਜੀ ਨੇ ਕਹੀ ਹੈ ਕਿ ਉਹ ਕੁਐਸਚਨਸ ਤਾਂ ਆਣਗੇ। PAU ਦੀ ਰਿਪੋਰਟ ਹੈ, ਡਾਕਟਰ ਸੁਖਪਾਲ ਸਿੰਘ ਹਰਾਂ ਦੀ ਰਿਪੋਰਟ ਹੈ, PAU ਦੇ ਉਹ ਬੜੇ ਵੈਲ ਨੋਨ ਫਾਰਮ ਇਕੋਨੋਮਿਸਟ ਨੇ, ਉਹਨਾਂ ਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ, ਔਰ ਇਹ ਰਿਪੋਰਟ ਸਰਕਾਰ ਦੇ ਪੈਸੇ ਨਾਲ ਕਮਿਸ਼ਨ ਕੀਤੀ ਹੋਈ ਰਿਪੋਰਟ ਹੈ, ਮੇਰਾ ਤੁਹਾਡਾ ਉਹਦੇ ਉੱਤੇ ਟੈਕਸ ਪੇਅਰ ਦਾ ਪੈਸਾ ਲੱਗਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਆੜਤੀਆ ਦਾ ਜਿਹੜਾ ਸਾਰਾ ਸਿਸਟਮ ਹੈ ਇਹ ਸਾਰਾ ਨਾਨ ਐਂਟੀਟੀ ਹੈ, ਇਹਦੀ ਕੋਈ ਨੀਡ ਨਹੀਂ ਹੈ, ਇਹ ਆਪਣਾ ਵੇਲਾ ਵਿਆਹ ਚੁੱਕਾ ਹੋਇਆ ਤੇ ਖਤਮ ਹੋ ਜਾਣਾ ਚਾਹੀਦਾ। ਸੋ ਇਵੈਂਚੁਅਲੀ ਉਹ ਸਾਰੇ ਸਵਾਲ ਤਾਂ ਆਣਗੇ। ਫਿਲਹਾਲ ਕਿਉਂਕਿ ਮੂਵਮੈਂਟ ਇੱਕ ਬਣੀ ਹੋਈ ਹੈ, ਇੱਕ ਵੱਡੀ ਮੂਵਮੈਂਟ ਹੈ, ਔਰ ਇਹਦੇ ਵਿੱਚ ਸਾਰਿਆਂ ਦੇ ਹਿੱਤ ਨੇ, ਇਸ ਕਰਕੇ ਇਹ ਵਿਰੋਧ ਸਾਂਝਾ। ਆਈ ਐਗਰੀ ਟੂ ਦੈਟ। ਪਰ ਗੁਦਾਰਾ ਸਾਹਿਬ, ਮੈਂ ਇੱਕ ਚੀਜ਼ ਸੋਚਦਾ, ਜੇ ਤੁਸੀਂ ਫਿਲਾਸਫਿਕਲੀ ਦੇਖੋ, ਵਾਟ ਡੂ ਮੂਵਮੈਂਟਸ ਡੂ? ਅੰਦੋਲਨਾਂ ਨਾਲ ਬਿੱਲ ਵਾਪਸ ਹੁੰਦੇ ਨੇ ਜਾਂ ਨਹੀਂ ਹੁੰਦੇ, ਉਹ ਵੱਖਰੀਆਂ ਗੱਲਾਂ ਨੇ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕਿੰਨਾ ਮੰਨਿਆ ਜਾਂਦਾ, ਨਹੀਂ ਮੰਨਿਆ ਜਾਂਦਾ, ਪਰ ਮੂਵਮੈਂਟ ਨਵੀਂ ਲੀਡਰਸ਼ਿਪ ਤਾਂ ਪੈਦਾ ਕਰਦੀਆਂ ਨੇ, ਲੀਡਰਸ਼ਿਪ ਦੀ ਡੈਮੋਕ੍ਰੇਟਾਈਜੇਸ਼ਨ ਕਰਦੀਆਂ ਨੇ। ਆ 40 ਕਿਸਾਨ ਆਰਗੇਨਾਈਜੇਸ਼ਨਾਂ ਨੇ ਬਿਟਰਲੀ ਡਿਵਾਈਡਡ ਹੋਣਗੀਆਂ ਨਾ, ਆਪਸ ਵਿੱਚ ਬਹੁਤ ਇਖਤਲਾਫਾਤ ਹੋਣਗੇ ਤਾਂ 40 ਨੇ, ਨਹੀਂ ਤਾਂ 4 ਹੁੰਦੀਆਂ ਜਾਂ 2 ਹੁੰਦੀਆਂ ਜਾਂ 1 ਹੁੰਦੀ। ਇਹ ਏਕਾ ਕਿਉਂ ਨਹੀਂ, ਏਕਾ ਬਣਾ ਕੇ ਬੈਠੀਆਂ ਨੇ, ਉਹ ਵੱਖਰੀ ਗੱਲ ਹੈ। 40 ਨੇ, ਇਹਨਾਂ ਦਾ ਮਤਲਬ ਹੈ ਜੇ ਇਹ ਮੂਵਮੈਂਟ ਚੱਲੇਗੀ ਤਾਂ ਮੂਵਮੈਂਟ ਵੀ ਤਾਂ ਲੀਡਰਸ਼ਿਪ ਨੂੰ ਡੈਮੋਕ੍ਰੇਟਾਈਜ਼ ਕਰਦੀ ਹੈ ਨਾ, ਉਹਨਾਂ ਨੂੰ ਇਕੱਠਿਆਂ ਵੱਖਰੇਵੇਂ ਰੱਖ ਕੇ ਇਕੱਠਿਆਂ ਚੱਲਣ ਦਾ ਵੱਲ ਆਉਂਦਾ। ਮੂਵਮੈਂਟ ਵੱਡਾ ਕਰਦੀ ਹੈ। ਨੈਸ਼ਨਲ ਮੀਡੀਆ ਨੇ ਡਾਕਟਰ ਦਰਸ਼ਨਪਾਲ ਬਾਰੇ ਕਿੰਨੀਆਂ ਕੁ ਖਬਰਾਂ ਕਰ ਦਿੱਤੀਆਂ ਸੀ ਪਿਛਲੇ ਸਾਲਾਂ ਦੇ ਵਿੱਚ। ਰਾਜੇਵਾਲ ਸਾਹਿਬ ਨੂੰ ਕਿੰਨਾ ਟਾਈਮ ਮਿਲ ਜਾਂਦਾ ਸੀ ਦੇਸ਼ ਦੇ ਵੱਡੇ ਵੱਡੇ ਚੈਨਲਾਂ ਦੇ ਉੱਤੇ। ਹੁਣ ਉਹ ਸਾਰੀ ਗੱਲ ਉਹਨਾਂ ਦੀ ਦੇਸ਼ ਸੁਣਦਾ। ਮੂਵਮੈਂਟਸ ਆਪਣੇ ਲੀਡਰ ਪੈਦਾ ਕਰ ਰਹੀਆਂ ਨੇ। ਇਹ ਕੈਸੀ ਬੀਜੇਪੀ ਦੀ ਚਾਲ ਹੈ ਕਿ ਉਹ ਕਿਸਾਨਾਂ ਦੇ ਵੱਡੀ ਲੀਡਰਸ਼ਿਪ ਪੈਦਾ ਕਰ ਰਹੀਆਂ ਨੇ ਹਰ ਰੀਜਨ ਦੇ ਵਿੱਚੋਂ। ਮੈਨੂੰ ਲੱਗਦਾ ਹੈ ਕਿ ਸਰਕਾਰਾਂ ਇਹ ਭੁੱਲ ਰਹੀਆਂ ਨੇ ਜਾਂ ਬਾਕੀ ਵੀ ਵਿਵਸਥਾ ਦੇ ਉੱਤੇ ਜਿਹੜਾ ਕਬਜ਼ਾ ਕਰੀ ਬੈਠੇ ਨੇ ਉਹ ਵੀ ਭੁੱਲ ਰਹੇ ਨੇ। ਜਦੋਂ ਕਿਸਾਨਾਂ ਦੇ ਵਿੱਚ ਇਹ ਡੈਮੋਕ੍ਰੈਟਿਕ ਇਨਸਪੀਰੇਸ਼ਨਸ ਹੋਈਆਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਬੋਲਿਆ ਜਾ ਸਕਦਾ ਹੈ, ਬੋਲੇ ਤੋਂ ਸੁਣਨਾ ਪੈਂਦਾ ਹੈ ਤੇ ਇਹ ਸਾਡਾ ਏਕਾ ਹੋ ਸਕਦਾ ਹੈ। ਇਹ ਜਿਹੜਾ ਅਹਿਸਾਸ ਪੈਦਾ ਇਸ ਅੰਦੋਲਨ ਨੇ ਕੀਤਾ ਹੈ, ਉਹ ਇਹ ਜਿਹੇ ਸਵਾਲਾਂ ਦਾ ਵੀ ਜਵਾਬ ਕੱਲ ਨੂੰ ਮੰਗੂਗਾ। ਉਹ ਇਹ ਵੀ ਮੰਗੂਗਾ ਕਿ 2011 ਦੇ ਵਿੱਚ ਜਿਹੜਾ ਆਪਾਂ ਕਹਿ ਰਹੇ ਨਾ, ਬੜਾ ਨੈਰੇਟਿਵ ਹੈ, ਬਹੁਤ ਸੁੰਦਰ ਨੈਰੇਟਿਵ ਹੈ ਕਿ ਸਾਡੀ ਜ਼ਮੀਨਾਂ ਖੋਈ ਜਾ ਰਹੀਆਂ ਨੇ। 2005 ਦੇ ਵਿੱਚ SEZ ਕਾਨੂੰਨ ਆਇਆ, ਹਰਿਆਣੇ ਦੇ ਵਿੱਚ ਰਿਲਾਇੰਸ ਨੇ 25,000 ਏਕੜ 'ਚ SEZ ਬਣਾਉਣ ਦੀ ਗੱਲ ਕੀਤੀ, ਮੁੜ ਕੇ 12,500 ਹੋ ਗਿਆ। ਉਹਨਾਂ ਨੇ ਕਰੀਬ 9,000 ਏਕੜ ਜ਼ਮੀਨ ਖਰੀਦ ਲਈ। ਐਸੇ ਦੌਰਾਨ DLF ਨੇ ਵੀ ਜ਼ਮੀਨ ਖਰੀਦ ਲਈ ਕਲੋਨੀ ਬਣਾਉਣ ਵਾਸਤੇ। ਉਹਨਾਂ ਨੂੰ CLU ਚੇਂਜ ਆਫ ਲੈਂਡ ਯੂਜ਼ ਨਹੀਂ ਮਿਲਿਆ, ਕੋਰਟ ਦੇ ਵਿੱਚ ਕੇਸ ਆ ਗਿਆ। ਜਸਟਿਸ ਜਸਵੀਰ ਸਿੰਘ ਹੁੰਦੇ ਸੀ, ਉਹਨਾਂ ਨੇ 31 ਮਈ 2011 ਮੋਸਟ ਪ੍ਰੋਬੇਬਲੀ ਸੀਗਾ, ਉਹਨਾਂ ਨੇ ਇੱਕ ਅਮਾਈਕਸ ਪੁਆਇੰਟ ਕਰਤਾ ਅਨੁਪਮ ਗੁਪਤਾ ਵਕੀਲ ਨੂੰ। ਉਹਨੇ ਕਿਹਾ ਤੁਸੀਂ ਇਹ ਦੱਸੋ, ਜਦੋਂ ਇਹਨਾਂ ਕੋਲ ਲਾਇਸੈਂਸ ਨਹੀਂ ਮਿਲਿਆ ਇਹਨਾਂ ਨੂੰ ਤੇ ਰਿਲਾਇੰਸ SEZ ਅਬੈਂਡਨ ਕਰ ਚੁੱਕਿਆ ਤੇ ਲੈਂਡ ਸੀਲਿੰਗ ਐਕਟ ਦੇ ਅੰਦਰ ਕਿਉਂ ਨਹੀਂ ਆਂਦੀ ਇਹਨਾਂ ਦੀ ਜ਼ਮੀਨ? ਇਹ 31 ਮਈ ਨੂੰ ਹੋਇਆ ਸਰ। ਜੂਨ ਦੇ ਵਿੱਚ ਹਰਿਆਣਾ ਕੈਬਨਿਟ ਦੀ ਮੀਟਿੰਗ ਹੋਈ, ਉਹਨਾਂ ਨੇ ਫੈਸਲਾ ਕਰ ਲਿਆ। ਪੂਰੀ ਗੱਲ ਸੁਣ ਲਿਓ ਪਲੀਜ਼। ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਦੇ ਵਿੱਚ ਅਮੈਂਡਮੈਂਟ ਕਰਾਂਗੇ ਕਾਨੂੰਨ ਦੇ ਵਿੱਚ। ਜੁਲਾਈ ਦੇ ਵਿੱਚ ਆਰਡੀਨੈਂਸ ਜਾਰੀ ਹੋ ਗਿਆ। ਅਗਸਤ ਦੇ ਵਿੱਚ ਅਸੈਂਬਲੀ 'ਚ ਕਾਨੂੰਨ ਬਣ ਗਿਆ ਕਿ ਵੀ ਜਿਹਨੇ ਇਹ ਕਹਿਤਾ ਕਿ ਮੇਰੇ ਕੋਲ ਜਿੰਨੀ ਵੀ ਜ਼ਮੀਨ ਹੈ ਉਹ ਮੈਂ ਖੇਤੀ ਵਾਸਤੇ ਨਹੀਂ ਕਿਸੇ ਹੋਰ ਪਰਪਸ ਵਾਸਤੇ ਯੂਜ਼ ਕਰਾਂਗਾ ਤੇ ਉਹ ਲੈਂਡ ਸੀਲਿੰਗ ਦੇ ਵਿੱਚ ਨਹੀਂ ਆਏਗਾ। ਤੇ ਉਹ ਲਾਗੂ ਕਦੋਂ ਹੋਏਗਾ ਕਾਨੂੰਨ? ਵਿਦ ਰਿਟਰੋਸਪੈਕਟਿਵ ਇਫੈਕਟ 1972 ਤੋਂ, ਪਿੱਛੇ ਤੋਂ ਲੈ ਕੇ ਲਾਗੂ ਹੋ 74 ਤੋਂ। ਵਾਹ। ਐਸੇ ਤਰ੍ਹਾਂ ਦਾ ਕਾਨੂੰਨ ਸ਼ਾਇਦ ਹਰਿਆਣਾ ਪੰਜਾਬ 'ਚ ਕੰਮ ਗੈਰ ਕਾਨੂੰਨੀ ਕਰਨਾ ਕਾਨੂੰਨ ਨਾਲ। ਜ਼ਮੀਨਾਂ ਖੋਣ ਦਾ ਜਿਹੜਾ ਪ੍ਰੋਸੈਸ ਹੁਣ ਤੱਕ ਚੱਲਦਾ ਰਿਹਾ ਤੇ ਪੂਰੇ ਪੰਜਾਬ ਹਰਿਆਣੇ 'ਚ ਕਿਤੇ ਗੱਲਾਂ ਨਹੀਂ ਉੱਠੀਆਂ। ਇਹ ਅੰਦੋਲਨ ਇਹ ਤਾਕਤ ਤੇ ਵਿਸ਼ਵਾਸ ਦਿੰਦਾ ਹੈ ਕਿ ਇਹ ਜੇ ਸਾਰੀ ਗੱਲਾਂ ਤੇ ਲੋਕ ਸਵਾਲ ਕਰਨਗੇ। ਮੈਂ ਇਹਨੂੰ ਇਸ 3 ਕਾਨੂੰਨਾਂ ਤੋਂ ਤੇ MSP ਤੋਂ ਵੱਡੀ ਉਮੀਦ ਦੇ ਤੌਰ ਤੇ ਵੇਖ ਰਿਹਾ, ਜਿੱਥੇ ਇਕਨੋਮਿਕ ਡਿਜ਼ਾਈਨ ਦੀ ਗੱਲ ਵੀ ਕਰਨਗੇ ਲੋਕ ਸਵਾਲ ਕਰਨਗੇ। ਮਨਜੀਤ ਜੀ, ਲੈਟਸ ਟਾਕ ਅਬਾਊਟ ਦਿਸ ਇਕਨੋਮਿਕ ਡਿਜ਼ਾਈਨ। ਕੱਲ ਨੂੰ ਲੋਕ ਕਹਿਣਗੇ ਜੇ ਸਰਕਾਰ ਡਾਟਾ ਨਾਲ, ਤੱਥਾਂ ਨਾਲ, ਅੰਕੜਿਆਂ ਨਾਲ ਇਹ ਸਾਬਤ ਕਰ ਦਿੰਦੀ ਹੈ ਕਿ ਜਿਹੜੇ ਨਵੇਂ 3 ਖੇਤੀ ਕਾਨੂੰਨ ਆ ਜਾਣਗੇ, ਇਸ ਤੋਂ ਬਾਅਦ ਖੇਤੀ ਵਿੱਚ ਜ਼ਿਆਦਾ ਪੈਸਾ ਆਏਗਾ, ਜ਼ਿਆਦਾ ਅੱਛੀ ਮੈਕਨਾਈਜੇਸ਼ਨ ਹੋਏਗੀ, ਸਾਡੀ ਫਾਰਮਿੰਗ ਬੜੀ ਇਨਐਫੀਸ਼ੀਐਂਟ ਹੈ, ਸਾਡੀ ਪ੍ਰੋਡਕਸ਼ਨ ਕਈ ਗੁਣਾ ਵੱਧ ਜਾਏਗੀ ਇਸੇ ਜ਼ਮੀਨ ਤੋਂ, ਔਰ ਅਸੀਂ ਸ਼ਾਇਦ ਇਕੋਲੋਜੀਕਲੀ ਬਿਹਤਰ ਢੰਗਾਂ ਦੇ ਨਾਲ ਹੋਰ ਵਧੇਰੇ ਫਸਲ ਪੈਦਾ ਕਰਕੇ ਤੁਹਾਨੂੰ ਦਿਖਾ ਦਿਆਂਗੇ, ਸਾਡੀ ਪ੍ਰੋਡਕਸ਼ਨ ਵੱਧ ਜਾਏਗੀ। ਤੇ ਬਹੁਤ ਸਾਰੇ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਛੀ ਲੱਗਦੀ ਹੈ ਤਰੱਕੀ, GDP ਵੱਧਦਾ ਦੇਸ਼ ਦਾ ਕਿਹਨੂੰ ਨਹੀਂ ਚੰਗਾ ਲੱਗਦਾ। ਮੈਂ ਖੁਦ ਚਾਹੁੰਦਾ ਮੇਰੀ ਸਰਕਾਰ ਬਹੁਤ ਜ਼ਿਆਦਾ ਅਮੀਰ ਹੋਵੇ ਤੇ ਉਹ ਕਹਿਣਗੇ ਜੀ ਇਹਦੇ 'ਚ ਕੀ ਮਾੜੀ ਗੱਲ ਹੈ ਜੀ ਜੇ ਮੰਨ ਲਓ ਵੱਧ ਜੇ।
ਐਸਪੀ ਸਿੰਘ ਬੜਾ ਸਾਫ ਇਹਦੇ ਨਾਲ ਵੱਧਦੀ ਹੋ ਬਹੁਤ ਜ਼ਿਆਦਾ। ਜਿੰਨੇ ਮਰਜ਼ੀ ਵੱਡੇ ਫਾਰਮ ਬਣਾ ਲੈਣੇ ਅਮਰੀਕਾ ਨਾਲੋਂ ਵੱਡੇ ਨਹੀਂ ਬਣਾ ਸਕਦੇ, ਕਿਉਂਕਿ ਸਾਡੇ ਕੋਲ ਜ਼ਮੀਨ ਹੈ ਹੀ ਨਹੀਂ। ਸਟਾਲਿਨਿਸਟ ਰਸ਼ੀਆ ਨਾਲੋਂ ਤਾਂ ਨਹੀਂ ਬਣਾ ਸਕਦੇ ਵੱਡੇ। ਤੇ ਉੱਥੇ ਵੀ ਅੱਜ ਦੀ ਤਰੀਕ 'ਚ ਹੁਣੇ ਅੰਕੜੇ ਆਏ 3-4 ਦਿਨ ਪਹਿਲਾਂ ਹੀ ਕਿ 120% ਤੋਂ ਲੈ ਕੇ 200-250% ਤੱਕ ਸਬਸਿਡੀ ਦੇਣੀ ਪੈਂਦੀ ਹੈ। ਉੱਥੇ ਤਾਂ ਇੱਕ ਮੂਵਮੈਂਟ ਇਹ ਚੱਲ ਰਹੀ ਹੈ ਕਿ ਛੋਟੀ ਕਿਸਾਨੀ ਹੀ ਇਵੈਂਚੁਅਲੀ ਸਭ ਤੋਂ ਜ਼ਿਆਦਾ ਪ੍ਰੋਫਿਟੇਬਲ ਹੈ, ਸਭ ਤੋਂ এনवायरमेंट ਜਿਹੜੀ ਇਕੋਲੋਜੀਕਲੀ ਸਸਟੇਨੇਬਲ ਹੈ। ਫਿਰ ਉੱਥੇ ਕਿਉਂ ਨਹੀਂ ਸਿੱਖਦੇ? ਔਰ ਸਾਡੇ ਦੇਸ਼ ਦੇ ਅੰਦਰ ਜਿੱਥੇ 86% ਕਿਸਾਨੀ 5 ਜਾਂ 5 ਏਕੜ ਤੋਂ ਥੱਲੇ ਵਾਲੀ ਹੈ, ਔਰ ਉਹ ਇੱਕ ਇਸ ਕਰਕੇ ਉੱਥੇ ਬੈਠੇ ਆ, ਇਹ ਨਹੀਂ ਕਿ ਉਹਨਾਂ ਦੀ ਲੋੜ ਆ, ਉੱਥੇ ਪ੍ਰੋਡਕਟਿਵ ਲੋੜ ਹੈ, ਇਸ ਕਰਕੇ ਬੈਠੇ ਕਿ ਹੋਰ ਉਹਦੇ ਨਾਲੋਂ ਬੈਟਰ ਅਲਟਰਨੇਟਿਵ ਇੰਪਲਾਇਮੈਂਟ ਨਹੀਂ ਹੈ। ਇਸ ਲਈ ਇਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਛੋਟੇ ਕਿਸਾਨ ਹੈਗੇ ਜਾਪਾਨ ਵਾਂਗੂ ਜਾਂ ਹੋਰਨਾਂ ਦੇਸ਼ਾਂ ਵਾਂਗੂ, ਉਹਨਾਂ ਨੂੰ ਕੈਪੀਟਲ ਇੰਟੈਂਸਿਵ ਬਣਾ ਕੇ ਔਰ ਜਿਵੇਂ ਗ੍ਰੀਨ ਹਾਊਸ ਜਾਂ ਪੋਲੀ ਹਾਊਸ ਜਾਂ ਇਹ ਸਾਰੇ ਬਣਾ ਕੇ ਉਸ ਪਰ ਏਕੜ ਜਿਹੜੀ ਪ੍ਰੋਡਕਸ਼ਨ ਆ 10 ਲੱਖ ਜਾਂ ਇੰਨੇ ਤੱਕ ਕੀਤੀ ਜਾ ਸਕਦੀ ਆ, ਉਧਰ ਨੂੰ ਚੱਲਣ। ਪਰ ਉਹਦੇ ਲਈ ਬੈਂਕਾਂ ਜੇ ਉਹਨਾਂ ਨੂੰ ਸਪੋਰਟ ਕਰਨ ਤੇ ਉਸ ਪਾਸੇ ਨੂੰ ਹੋ ਸਕਦਾ। ਪਰ ਇਹਨਾਂ ਦਾ ਇਹ ਜਿਹੜਾ ਇਰਾਦਾ ਇਹ ਨਹੀਂ ਹੈ। ਮੈਨੂੰ ਇੱਕ ਨਹੀਂ ਗੱਲ ਸਮਝ ਆਉਂਦੀ ਕਿ ਇਹਨਾਂ ਨੇ ਕਰ ਤੇ ਲਿਆ, ਇਹ ਬਿੱਲ ਬਣਾ ਤੇ ਲਏ, ਆਪਾਂ ਨੂੰ ਸਾਰਿਆਂ ਨੂੰ ਪਤਾ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਜ਼ਮੀਨਾਂ ਖੁੱਸਣਗੀਆਂ। ਉਹ ਮਾਰਕੀਟ ਦਾ ਮੈਕੈਨਿਜ਼ਮ ਆ। ਜਿਸ ਤਰੀਕੇ ਨਾਲ ਤੁਸੀਂ ਮਾਰਕੀਟ ਨੂੰ ਫ੍ਰੀ ਪਲੇ ਦੇ ਦੋਗੇ ਤੇ ਜਿਹੜਾ ਤਕੜਾ ਆ ਉਹ ਦੂਜੇ ਨੂੰ ਲਾਗੇ ਥੋੜੀ ਲੱਗਣ ਦਊਗਾ। ਤੇ ਫ੍ਰੀ ਪਲੇ ਦਾ ਮਤਲਬ ਅਨਇਕੁਅਲ ਲੋਕਾਂ ਦਾ ਫ੍ਰੀ ਪਲੇ ਦਾ ਮਤਲਬ ਕਿ ਵੱਡੇ ਦੇ ਹੱਥ। ਜੇ ਬਿੱਲ ਲਾਗੂ ਹੋ ਜਾਣ ਨਾ ਤੇ ਜ਼ਮੀਨਾਂ ਨਾ ਖੁੱਸਣ ਕਿਸਾਨਾਂ ਦੀਆਂ, ਤੇ ਹਿੰਦੁਸਤਾਨ ਦੇ ਬਿਜ਼ਨਸਮੈਨ ਤੇ ਮੇਰਾ ਵਿਸ਼ਵਾਸ ਹੀ ਉੱਡ ਜਾਣਾ ਵੀ ਇਹ ਫਿਰ ਕਾਹਦੇ ਬਿਜ਼ਨਸਮੈਨ ਹੈ, ਜਦ ਸਾਰਾ ਮਾਰਕੀਟ ਰਿਐਲਿਟੀਜ਼ ਇਹਨੂੰ ਪੋਸੀਬਲ ਕਰਦੀਆਂ ਨੇ ਕਿ ਤੁਸੀਂ ਕਿਸੇ ਦੀ ਜ਼ਮੀਨ ਲੈ ਸਕਦੇ ਹੋ ਬਿਨਾਂ ਕੋਈ ਕਾਨੂੰਨ ਤੋੜੇ, ਤੇ ਕੋਈ ਕਿਉਂ ਨਹੀਂ ਲੈ ਜਾਏਗਾ। ਬਟ ਐਨੀਵੇ ਰਾਜੀਵ ਗੁਦਾਰੇ ਜੀ, ਵਾਟ ਆਈ ਵਾਸ ਸੇਇੰਗ ਇਜ਼ ਕਿ ਜੇ ਮੰਨ ਲਓ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੀ ਹੁੰਦੀ ਹੈ, ਅਸੀਂ ਇਹ ਸਾਰਾ ਲਿਬਰਲਾਈਜੇਸ਼ਨ ਗਲੋਬਲਾਈਜੇਸ਼ਨ ਦਾ ਦੌਰ ਦੇਖਿਆ, ਕੰਟਰੀ ਦਾ GDP ਵੱਧਦਾ, ਕੰਟਰੀ ਦੀ ਇਕੋਨਮੀ ਵੱਡੀ ਹੁੰਦੀ ਹੈ, ਪਰ ਇਨਇਕੁਐਲਿਟੀ ਵੱਧਦੀ ਹੈ ਤੇ ਜਿਹੜੇ ਡਿਪੈਂਡੈਂਟ ਨੇ ਲੋਕ PDS ਦੀ ਹੀ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ। ਉਤਸਾ ਪਟਨਾਇਕ ਵਰਗੇ ਲੋਕ, ਪੀ ਸਾਈਨਾਥ ਵਰਗੇ ਲੋਕ ਸਾਨੂੰ ਲਗਾਤਾਰ ਇੱਕ ਗੱਲ ਦੱਸਦੇ ਨੇ ਕਿ ਸਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਦੁਨੀਆ ਦੇ ਭੁੱਖੇ ਲੋਕ ਤਾਂ ਹਨ ਹੀ। ਅਸੀਂ ਨਿਊ ਹੰਗਰੀ ਪੀਪਲ ਹਰ ਸਾਲ ਜ਼ਿਆਦਾ ਐਡ ਕਰ ਰਿਹਾ ਦੁਨੀਆ ਨਾਲੋਂ, ਨਿਊ ਹੰਗਰੀ ਪੀਪਲ, ਨਵੇਂ ਭੁੱਖੇ। ਸੋ ਜਿਹੜੇ ਲੋਕਾਂ ਨੂੰ ਪਹਿਲਾਂ 2 ਵਕਤ ਦੀ ਰੋਟੀ ਮਿਲਦੀ ਸੀ ਤੇ ਜਿਨ੍ਹਾਂ ਨੂੰ ਹੁਣ ਨਹੀਂ ਮਿਲਦੀ। ਇਟਸ ਅ ਸਟ੍ਰੇਂਜ ਥਿੰਗ ਕਿ ਡਿਵੈਲਪਮੈਂਟ ਹੋ ਰਹੀ ਹੋਵੇ ਤੇ ਨਾਲ ਹੀ ਹੋ ਰਿਹਾ ਹੋਵੇ। ਮੈਨੂੰ ਤਾਂ ਹੈ ਵੀ ਜੇ ਜ਼ਿਆਦਾ ਪ੍ਰੋਡਕਸ਼ਨ ਵੱਧ ਵੀ ਜਾਏਗੀ ਤਾਂ ਸਵਾਲ ਤਾਂ ਇਹ ਵੀ ਕਿਹਦੇ ਲਈ ਵਧੇਗੀ, ਉਹਦਾ ਫਾਇਦਾ ਕਿਹਨੂੰ ਹੋਏਗਾ? ਇਹ ਐਂਡਰ ਗੁੰਡਰ ਫਰੈਂਕ ਜਿਹੜਾ ਕਹਿੰਦਾ ਨਾ ਡਿਵੈਲਪਮੈਂਟ ਆਫ ਅੰਡਰ ਡਿਵੈਲਪਮੈਂਟ, ਹਾਂ ਡਿਵੈਲਪਮੈਂਟ ਆਫ ਅੰਡਰ ਡਿਵੈਲਪਮੈਂਟ ਉਹ ਹੋ ਰਹੀ ਹੈ। ਬਿਲਕੁਲ ਮਤਲਬ ਹਾਂ ਕਰੋਗਾ ਤੁਸੀਂ ਕਹਿ ਰਹੇ ਹੋ ਨਾ ਜਿਵੇਂ ਕਿ ਕਾਨੂੰਨਾਂ ਰਾਹੀਂ ਉਤਪਾਦਨ ਵੱਧ ਜਾਏਗਾ, ਕਿਵੇਂ ਵੱਧ ਜਾਏਗਾ ਕੋਈ ਨਹੀਂ ਪਤਾ। ਮਨਜੀਤ ਜੀ ਨੇ ਬਹੁਤ ਸਹੀ ਗੱਲ ਕਹੀ। ਮੈਂ ਕਹਿੰਦਾ ਪ੍ਰੀਜ਼ਿਊਮ ਕਰੋ ਵੱਧ ਗਿਆ, ਪਰ ਉਹ ਵਧੇਗਾ ਤਾਂ ਉਹਨਾਂ ਦਾ ਨਾ ਜਿੱਦੀਆਂ ਜ਼ਮੀਨ ਆ, ਤੁਹਾਨੂੰ ਦੱਸ ਰਿਹਾ ਨਾ, ਉਹਨਾਂ ਦਾ ਵਧੇਗਾ। ਪਰ ਉਹ ਸਵਾਲ ਫਿਰ ਉੱਥੇ ਆਉਂਦਾ ਸਰ, ਤੁਸੀਂ ਪ੍ਰੋਡਕਸ਼ਨ ਵਧਾ ਲਓਗੇ ਪਰ ਜੇ ਉਹਦੀ ਪ੍ਰੋਸੈਸਿੰਗ ਦਾ ਜਾਂ ਉਹਦੀ ਸਟੋਰੇਜ ਦਾ ਕੈਪੈਸਿਟੀ ਉਹਨਾਂ ਕੋਲ ਨਹੀਂ ਹੋਏਗੀ ਤਾਂ ਉਹ ਕਿਹਦੇ ਕੋਲ ਹੋਏਗੀ? ਉਹ ਤਾਂ ਕਿਸੇ ਕੋਲ ਹੋਏਗੀ ਨਾ। ਫਿਰ ਅੰਬਾਨੀ ਅਡਾਨੀਆਂ ਕੋਲ ਹੋਏਗੀ ਜਿਹੜੇ ਸਾਈਲੋ ਬਣਾ ਰਹੇ ਨੇ। ਹੁਣ ਉਹਦਾ ਤੁਸੀਂ ਕੀ ਕਰੋਗੇ? ਫਿਰ ਤੁਸੀਂ ਬਦਲੀ ਤਾਂ ਕਰੋਗੇ ਕੀ ਉਹਦਾ? ਪਰ ਸਵਾਲ ਇਹ ਜੇ ਤੁਸੀਂ ਉਹਨੂੰ ਪ੍ਰੋਸੈਸਿੰਗ ਕਰਕੇ ਉਹਦਾ ਅੱਗੇ ਕੁਝ ਬਣਾ ਕੇ ਵੇਚਣ ਦੀ ਜਿਹੜੀ ਖਮਤਾ ਹੈ ਕਿਸਾਨ ਦੇ ਵਿੱਚ ਪੈਦਾ ਕਰੋ। ਫਿਰ ਜਿਹੜੀ ਬਣ ਗਈ ਕਿਸਾਨ ਦੇ ਕੋਲ ਤਾਂ ਖਮਤਾ ਇਹ ਨਹੀਂ ਗਈ। ਉਹਨੂੰ ਜਿਵੇਂ ਲੋਨ ਦੀ ਗੱਲ ਆਪਾਂ ਕਰਦੇ ਹਾਂ, ਲੋਨ ਇਹਨਾਂ ਚੀਜ਼ਾਂ ਵਾਸਤੇ ਕਿਸਾਨ ਨੂੰ ਨਹੀਂ ਮਿਲਦਾ। ਉਹ ਤਾਂ ਤੁਸੀਂ ਦੱਸਿਆ ਵੀ ਇੰਨੇ ਕੁਇੰਟਲ ਟਰਾਲੀ 'ਚ ਰਹਿ ਕੇ 2 ਵਾਰੀ ਵੇਚਣ ਨਹੀਂ ਜਾ ਸਕਦਾ, ਨਹੀਂ ਜਾ ਸਕਦਾ ਨਾ। ਹੁਣ ਅਗਲੀ ਦਿੱਕਤ ਕੀ ਹੈ? ਉਹਦੇ ਸੰਕਟ ਕਿੰਨੇ ਨੇ? ਉਹਨੇ ਆੜਤੀ ਤੋਂ ਪੈਸਾ ਲਿਆ ਹੁੰਦਾ, ਸਾਰੇ ਕਾਨੂੰਨ ਮਨੀ ਲੈਂਡਰਿੰਗ ਐਕਟ ਦੀ ਵਾਇਓਲੇਸ਼ਨ ਹੁੰਦੀ ਹੈ, ਲਾਇਸੈਂਸ ਉਹਦੇ ਕੋਲ ਹੁੰਦਾ ਨਹੀਂ, ਉਹ 2% 2.5% 3% ਲੈਂਦਾ। ਹੁਣ ਸਿਰਫ ਉਹ ਨਹੀਂ ਲੈਂਦਾ ਐਸਪੀ ਜੀ, ਜਿਹਦੇ ਕੋਲ ਜ਼ਮੀਨ ਹੈ ਨਾ, ਜਿਹੜਾ ਮਾਲਿਕ ਹੈ, ਜਿਹਨੇ ਠੇਕਾ ਲੈਣਾ ਹੈ ਜ਼ਮੀਨ ਦਾ ਜਾਂ ਉਹਨੇ 4 ਹਿੱਸੇ ਲੈ ਲੈਣੇ ਨੇ, ਅਸਲ 'ਚ ਜਿਹੜਾ ਖੇਤ ਮਜ਼ਦੂਰ ਹੈ ਨਾ, ਉਹਦਾ ਤਾਂ ਸਾਰਾ ਗੁੜ ਪਾਣੀ ਵੀ ਕਰਦਾ ਉੱਥੋਂ ਹੀ ਆਂਦਾ ਆ ਰਿਹਾ ਹੁੰਦਾ ਨਾ। ਤੇ ਜਦੋਂ ਗੁੜ ਵੀ ਖਰੀਦਦਾ ਘਰ ਦੇ ਚਾਹ ਬਣਾਉਣ ਵਾਸਤੇ, ਚੀਨੀ ਖਰੀਦਦਾ ਹੈ, ਕੁਝ ਖਰੀਦਦਾ ਹੈ, ਉਹ ਤੇ ਵੀ 2% ਵਿਆਜ ਲੱਗ ਰਿਹਾ ਹੁੰਦਾ ਉਹਦਾ। ਤਾਂ ਉਹ ਤਾਂ ਹੰਗਰੀ ਵਾਲੇ ਪਾਸੇ ਜਾਣਾ ਹੀ ਜਾਣਾ ਉਹਨੇ। ਗਰੀਬ ਦੀ ਇਕਨੋਮੀ ਇੰਨੀ ਕੰਪਲੈਕਸ ਹੋ ਜਾਂਦੀ ਹੈ ਕਿ ਉਹ ਇਸ ਕਰਕੇ ਜਦੋਂ ਤੁਸੀਂ GDP ਦੀ ਗੱਲ ਕਰਦੇ ਹੋ ਜਗ੍ਹਾ ਨਹੀਂ ਬਚਦੀ। ਇਸ ਕਰਕੇ ਤੁਸੀਂ GDP ਦੀ ਗੱਲ ਕਰਦੇ ਹੋ, ਤੁਸੀਂ ਕਿਹਾ GDP ਮੈਨੂੰ ਦੇਸ਼ ਦੀ ਚੰਗੀ ਹੋਵੇ, ਮੈਨੂੰ ਵੀ ਚੰਗੀ ਲੱਗਦੀ ਹੈ, ਲੱਗਦੀ ਮੈਨੂੰ ਵੀ ਹੈ। ਪਰ ਮੈਨੂੰ ਇਹਨਾਂ ਨਾਲ ਇਹ ਵੀ ਲੱਗਦਾ ਮੇਰੇ ਢਿੱਡ 'ਚ ਵੀ ਰੋਟੀ ਹੋਵੇ, ਮੇਰੇ ਕੱਪੜਾ ਹੋਵੇ, ਮੈਨੂੰ ਯਾਦ ਹੈ ਨਾਲ ਜੇ ਉਹ ਹੋਵੇ ਤਾਂ GDP ਚੰਗੀ ਹੋਵੇ। ਮੈਂ ਨਵਾਂ ਪਾਰਲੀਮੈਂਟ ਕਵਰ ਕਰਨੀ ਸ਼ੁਰੂ ਕੀਤੀ ਸੀ ਉਦੋਂ, ਤੇ ਜਿਸ ਵੇਲੇ ਖੜੇ ਹੋ ਕੇ ਪਾਰਲੀਮੈਂਟੇਰੀਅਨ ਨੇ ਕਿਹਾ, ਚੰਦਰ ਸ਼ੇਖਰ ਜੀ ਸਨ ਉਸ ਵੇਲੇ, ਉਹ ਕਹਿੰਦੇ ਨੇ ਆਦਮੀ ਨਾ ਰੋਟੀ ਮੰਗਤਾ ਹੈ ਸਰਦਾਰ ਜੀ। और सानू सब पता सरदार जी क्या कि किन्नू संबोधन कर रहे सन। वो कहते सरदार जी आदमी रोटी मांगता है, वो गोल होती है, खाई जाती है, ये GDP को खाना कैसे है उसका फार्मूला बताइए। ये प्रॉब्लम है कि GDP खान ਲਈ ਨਹੀਂ ਵਰਤੀ ਜਾ ਸਕਦੀ। ਕੁਝ ਹੋਰ ਗੱਲਾਂ ਕਿ ਡਾਈਸੈਂਟ ਨੂੰ ਅਸੀਂ ਕਿਵੇਂ ਵੈਪਨਾਈਜ਼ ਕਰ ਰਹੇ ਹਾਂ
ਤੇ ਦਰਅਸਲ ਤਿਰੰਗੇ ਨਾਲ ਸਾਡਾ ਰਿਸ਼ਤਾ ਕਿੱਦਾਂ ਦਾ ਹੈ? ਇਹ ਤਿਰੰਗੇ ਦੀ ਕੌਣ ਬੇਹੁਰਮਤੀ ਕਰ ਰਿਹਾ ਤੇ ਤਿਰੰਗੇ ਦੀ ਬੇਹੁਰਮਤੀ ਕਿਵੇਂ ਹੁੰਦੀ ਹੈ? ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਨਹੀਂ ਹੈ, ਤਾਂ ਕਿ ਉਹ ਤਿਰੰਗੇ ਦਾ ਸਨਮਾਨ ਕਰਨਾ ਸਿੱਖਣ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿਸਾਨੀ ਮੁੱਦਿਆਂ ਬਾਰੇ। ਬੜੀ ਦੇਰ ਤੋਂ ਹੋ ਰਹੀ ਸੀ, ਜਦੋਂ ਤੋਂ ਪੰਜਾਬ ਦੇ ਵਿੱਚ ਲੋਕ ਬੈਠੇ ਸਨ ਤੇ ਕੋਈ ਪੁੱਛ ਨਹੀਂ ਸੀ ਰਿਹਾ, ਉਦੋਂ ਵੀ ਹੋ ਰਹੀ ਸੀ, ਤੇ ਜਦੋਂ ਜਾ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਉਦੋਂ ਤਾਂ ਬਹੁਤ ਸਾਰੀ ਹੋ ਰਹੀ ਸੀ। ਘੱਟੋ ਘੱਟ ਉਸ ਵੇਲੇ ਤੱਕ ਤਾਂ ਹੋ ਹੀ ਨਹੀਂ ਰਹੀ ਸੀ ਜਦੋਂ ਤੱਕ ਕਿਸੇ ਨੇ ਜਾ ਕੇ ਲਾਲ ਕਿਲੇ ਦੇ ਉੱਤੇ ਕੋਈ ਝੰਡਾ ਨਹੀਂ ਲਗਾ ਦਿੱਤਾ। ਤੇ ਉਸ ਤੋਂ ਬਾਅਦ ਇਹ ਬੜਾ ਸੁਣਨ ਵਿੱਚ ਆਇਆ ਕਿ ਤਿਰੰਗੇ ਦੀ ਬੇਹੁਰਮਤੀ ਹੋ ਗਈ ਹੈ। ਬਾਕੀ ਮੁੱਦੇ ਭਟਕ ਗਏ। ਅਸੀਂ ਤਿਰੰਗੇ ਬਾਰੇ ਬੜੀ ਗੱਲ ਕਰ ਰਹੇ ਹਾਂ। ਮੈਨੂੰ ਲੱਗਦਾ ਬਸ ਇੰਨੀ ਗੱਲ ਨਾਲ, ਕਿਉਂਕਿ ਮੈਂ ਜਾਣਾ ਨਹੀਂ ਚਾਹੁੰਦਾ ਉੱਧਰ, ਤੇ ਬ੍ਰੇਕ ਦੇ ਵਿੱਚ ਵੀ ਮੈਨੂੰ ਸਾਥੀ ਸਲਾਹ ਦੇ ਰਹੇ ਸਨ ਕਿ ਅਸੀਂ ਉਹ ਗੱਲਾਂ ਪਹਿਲਾਂ ਹੀ ਬਹੁਤ ਹੋ ਰਹੀਆਂ ਨੇ, ਹੋਰ ਚੈਨਲਾਂ 'ਤੇ ਵੀ ਹੋ ਰਹੀਆਂ ਨੇ, ਇੱਥੇ ਵੀ ਹੁੰਦੀਆਂ ਰਹਿੰਦੀਆਂ ਨੇ, ਸੋ ਅਸੀਂ ਆਪਣੇ ਮੁੱਦਿਆਂ 'ਤੇ ਹੀ ਰਹੀਏ। ਤੇ ਤਿਰੰਗੇ ਨਾਲ ਸਾਡੀ ਵਾਬਸਤਗੀ ਇੰਨੀ ਹੈ। ਮੈਂ ਮਨਜੀਤ ਜੀ ਸੋਚ ਰਿਹਾ ਸੀ ਵੀ ਸਭ ਤੋਂ ਜ਼ਿਆਦਾ ਔਰ ਜਿੰਨੀ ਫਰੀਕੁਐਂਸੀ ਨਾਲ ਸਾਡੇ ਬੱਚੇ ਲਪੇਟ ਕੇ ਤਿਰੰਗੇ ਵਿੱਚ ਵਾਪਸ ਆਉਂਦੇ ਨੇ ਤਬੂਤਾਂ ਦੇ ਵਿੱਚ, ਤਾਂ ਹਰ ਵਾਰੀ ਤਿਰੰਗੇ ਨਾਲ ਤਾਂ ਸਾਡੀ ਵਾਬਸਤਗੀ ਤਾਂ ਹੋ ਹੀ ਜਾਂਦੀ ਹੈ। ਸੋ ਸਾਨੂੰ ਤਾਂ ਕੋਈ ਨਾ ਹੀ ਦੱਸੇ ਕਿ ਤਿਰੰਗਾ ਸਾਡੇ ਲਈ ਕੀ ਮਾਇਨੇ ਰੱਖਦਾ। ਸਾਡੇ ਬੱਚਿਆਂ ਦੇ ਸਰੀਰ ਉਹਨਾਂ ਵਿੱਚ ਲਿਪਟ ਕੇ ਬਹੁਤ ਆਉਂਦੇ ਨੇ, ਕਾਰਗਿਲ ਤੋਂ ਵੀ ਆਉਂਦੇ ਨੇ, ਨਿੱਤ ਦਿਹਾੜੇ ਆਉਂਦੇ ਰਹਿੰਦੇ ਨੇ, ਕਸ਼ਮੀਰ ਤੋਂ ਵੀ ਬੋਡੀਜ਼ ਆਉਂਦੀਆਂ ਨੇ, ਅਸੀਂ ਨਾਰਥ ਈਸਟ ਤੋਂ ਬੜੀਆਂ ਰਿਸੀਵ ਕੀਤੀਆਂ ਨੇ। ਇਹ ਮੈਨੂੰ ਲੱਗਦਾ ਕੁਝ ਲੈਕਚਰਾਂ ਤੋਂ ਕੁਝ ਕੌਮਾਂ ਨੂੰ ਨਾ ਤੁਸੀਂ ਰਹਿ ਨਹੀਂ ਦਿਓ, ਉਹਨਾਂ ਨੂੰ ਸ਼ਾਇਦ ਨਹੀਂ ਚਾਹੀਦੇ। ਸੋ ਮਨਜੀਤ ਜੀ, ਲੈਟਸ ਟਾਕ ਅਬਾਊਟ ਦਾ ਮੂਵਮੈਂਟ ਇਟਸੈਲਫ। ਮੈਂ ਤੁਹਾਡੀ ਸਲਾਹ ਮੰਨ ਰਿਹਾ ਬ੍ਰੇਕ ਦੇ ਵਿੱਚ ਦਿੱਤੀ ਕਿ ਆਪਾਂ ਉਧਰ ਨੂੰ ਨਾ ਹੀ ਜਾਈਏ। ਆਈ ਵਾਂਟ ਟੂ ਨੋ ਕਿ ਇਹ ਮੂਵਮੈਂਟ ਕੀ ਕਰੇਗੀ ਹੁਣ? ਬਿਲਕੁਲ, ਮੈਂ ਬਹੁਤ ਹੀ ਬਿਲਕੁਲ ਬਹੁਤ ਅਹਿਮ ਤੇ ਫੰਡਾਮੈਂਟਲ ਹੈ, ਕਿਉਂਕਿ ਮੈਂ ਸੋਸ਼ੀਓਲੋਜੀ ਦਾ ਟ੍ਰੇਨਡ ਬੰਦਾ ਹੋਣ ਕਰਕੇ ਮੈਂ ਉਹ ਥੋੜ੍ਹੇ ਰਿਫਲੈਕਸ਼ਨ ਜ਼ਰੂਰ ਦੇਣਾ ਚਾਹੁੰਦਾ ਕਿ ਜਦੋਂ ਸਮਾਜ ਵਿੱਚ ਤਬਦੀਲੀ ਕੋਈ ਆਉਂਦੀ ਆ, ਉਹ ਸਾਡੇ ਲੈਕਚਰਾਂ ਨਾਲ, ਕਿਤਾਬਾਂ ਪੜ੍ਹਾ ਕੇ ਜਾਂ ਉਹਦੇ ਨਾਲ ਕਦੀ ਨਹੀਂ ਆਉਂਦੀ। ਜਿਹੜਾ ਅਸੀਂ ਜਾ ਕੇ ਮੀਟਿੰਗਾਂ 'ਚ ਸਮਝਾਉਂਦੇ ਆ, ਉਹਦੇ ਨਾਲ ਨਹੀਂ ਆਉਂਦੀ। ਰੋਲ ਹੁੰਦਾ ਉਹਦਾ ਵੀ, ਉਹਦਾ ਰੋਲ ਹੈ ਕਿ ਲੋਕਾਂ ਨੂੰ ਤੁਸੀਂ ਕਹਿ ਸਕਦੇ ਆ। ਉਹ ਕਿਉਂਕਿ ਜਿਹੜੇ ਬਾਹਰੀ ਹਾਲਾਤ ਆ ਉਹ ਇੰਨੇ ਪਰਪੱਕ ਤੇ ਸੈਡੀਮੈਂਟਡ ਤੇ ਇੰਨੇ ਮਜ਼ਬੂਤ ਆਇਰਨ ਰੌਕ ਵਾਂਗੂ ਹੁੰਦੇ ਆ, ਉਹ ਗੱਲਾਂ ਸਮਝਦੇ ਹੋਏ ਵੀ ਉਹਨਾਂ ਨੂੰ ਬੇਵਸ ਦਿਖਾਉਂਦੇ ਆ। ਉਸ ਇਹ ਨਹੀਂ ਕਿ ਲੋਕਾਂ ਨੂੰ ਅਕਲ ਨਹੀਂ ਹੁੰਦੀ, ਲੋਕ ਉਸ ਚਟਾਨ ਵਰਗੀ ਜਿਹੜੀ ਸਮਾਜ ਦਾ ਸਟਰਕਚਰ ਆ ਉਹਦਾ ਮੁਕਾਬਲਾ ਕਿਵੇਂ ਕਰਨ, ਉਹ ਤੇ ਅਸੀਂ ਉਹਨਾਂ ਨੂੰ ਰਾਹ ਦੱਸਦੇ ਨਹੀਂ। ਅਸੀਂ ਤੇ ਇਹ ਦੱਸਦੇ ਵੀ ਤੁਹਾਡੇ ਨਾਲ ਆਹ ਹੋ ਰਿਹਾ ਬੜਾ ਮਾੜਾ ਬੜਾ ਮਾੜਾ। ਉਹ ਕਹਿੰਦੇ ਇਹ ਤੇ ਭਰਾਵਾ ਹੋ ਗਿਆ, ਇਹ ਚੋਂ ਬਾਹਰ ਕਿਵੇਂ ਆਈਏ? ਉਹ ਸਾਡੇ ਕੋਲ ਜਵਾਬ ਨਹੀਂ ਹੁੰਦਾ। ਇਹ ਮੂਵਮੈਂਟ ਉਹਦਾ ਜਵਾਬ ਹੈ, ਬਿਲਕੁਲ ਜਵਾਬ ਆ। ਉੱਥੇ ਦੇਖੋ ਕੀ ਹੋ ਰਿਹਾ। ਮੈਨੂੰ ਲੱਗਦਾ ਕਿੰਨੇ ਲੈਕਚਰ ਆਏ ਉੱਥੇ, ਕਿੰਨੇ ਬੰਦਿਆਂ ਨੂੰ ਭੇਜ ਦਿੰਦੇ ਜਿੰਨੇ ਰਿਕੇਸ਼ ਟਕੈਤ ਦੇ ਆਂਸੂ ਲੈ ਗਏ ਉੱਥੇ ਲੋਕਾਂ ਨੂੰ। ਸੱਚੀ ਗੱਲ ਹੈ, ਮੈਂ ਇਹਨਾਂ ਦੋਹਾਂ ਹੀ ਜਗ੍ਹਾ ਨੂੰ, ਹੁਣ ਤੇ ਤੀਜੀ ਜਗ੍ਹਾ ਗਾਜ਼ੀਪੁਰ ਵੀ ਓਡੀ ਵੱਡੀ ਹੋ ਗਈ, ਮੈਂ ਇਹਨਾਂ ਨੂੰ ਕਹਿੰਦਾ ਕਿ ਇਹ ਬੇਗਮਪੁਰਾ ਦੇ ਸ਼ਹਿਰ ਹੈਗੇ ਆ, ਜਿਹੜੇ ਕਿਸੇ ਵੇਲੇ ਸਾਡੇ ਗੁਰੂ ਰਵਿਦਾਸ ਜੀ ਨੇ ਇਮੈਜਿਨ ਕੀਤੇ ਸੀ, ਸੁਪਨਾ ਲਿਆ ਸੀ। ਔਰ ਇਹ ਕਿਸਾਨ ਯੂਨੀਵਰਸਿਟੀ ਹੈ ਜਿਹੜੀ ਖੁੱਲ੍ਹ ਗਈ ਆ ਉੱਥੇ, ਸਾਰਿਆਂ ਨੂੰ ਜਾ ਕੇ ਉੱਥੇ ਸਿੱਖਣ ਦੀ ਲੋੜ ਹੈ। ਮੈਂ ਹਮੀਰ ਜੀ ਨੂੰ ਸੁਣ ਰਿਹਾ ਸੀ ਕਿਤੇ ਲੈਕਚਰ ਦਿੰਦੇ ਆ ਪਿੰਡਾਂ ਵਿੱਚ, ਸ਼ਾਇਦ ਨਾਰੰਗਵਾਲ ਪਿੰਡ ਸੀ ਲੁਧਿਆਣੇ ਦਾ, ਤੇ ਹਮੀਰ ਸਿੰਘ ਉੱਥੇ ਕਹਿ ਰਹੇ ਸਨ, ਉਹ ਕਹਿੰਦੇ ਵੀ ਸਵਰਗ ਤਾਂ ਦੇਖਿਆ ਨਹੀਂ, ਪਰ ਇਮੈਜਿਨ ਕਰੋ ਕੀ ਹੋ ਸਕਦਾ। ਇਹੀ ਹੋ ਸਕਦਾ ਵੀ ਹੁਣ ਮੈਨੂੰ ਪਤਾ ਨਹੀਂ ਵੀ ਸਵਰਗ 'ਚ ਕਿਸੇ ਨੂੰ ਸੱਟ ਫੇਟ ਲੱਗਦੀ ਹੋਵੇ ਜਾਂ ਨਹੀਂ ਲੱਗਦੀ ਹੋਵੇ, ਆਸ਼ਾ ਕਰਦਾ ਸਵਰਗ 'ਚ ਤੇ ਨਹੀਂ ਵੱਜਦੀ ਹੋਏਗੀ। ਉਹ ਕਹਿੰਦੇ ਵੀ ਤੁਹਾਡੇ ਸੱਟ ਵੱਜ ਜਾਵੇ ਤੇ 1000 ਲੋਕ ਭੱਜ ਕੇ ਤੁਹਾਡੀ ਮਦਦ ਕਰਨ ਨੂੰ ਪਹੁੰਚ ਜਾਣ, ਤੁਹਾਨੂੰ ਭੁੱਖ ਲੱਗੇ ਤੇ 1000 ਬੰਦੇ ਆ ਕੇ ਤੁਹਾਨੂੰ ਪੁੱਛਣ ਸਿੰਘੂ ਬਾਰਡਰ ਤੇ ਕੀ ਹੋ ਰਿਹਾ ਸੀ। ਬਿਲਕੁਲ ਇਹੀ ਗੱਲ, ਕਿਸਾਨ ਥੱਕਿਆ ਸੀ ਤੇ ਕੋਈ ਮਾਲਿਸ਼ ਕਰਨ ਨੂੰ ਫਿਰਦਾ ਸੀ, ਕੋਈ 1000 ਲੋਕ, 1000 ਹੱਥ ਤੁਹਾਡੇ ਦਰਦ ਨੂੰ 1000 ਹੱਥ ਆ ਰਹੇ ਸੀ। ਇਹੀ ਕਹਿਣ ਲੱਗਾ ਬੇਗਮਪੁਰਾ ਜਿਹੜਾ ਬਿਲਕੁਲ ਇੱਕ ਜਿਹੜਾ ਨਾ ਆਦਮੀ ਨੂੰ ਅਸੀਂ ਬ੍ਰਾਂਡ ਕਰਦੇ ਹਾਂ, ਉਹ ਬਦਮਾਸ਼ ਆ, ਉਹ ਚੰਗਾ, ਉਹ ਮਾੜਾ, ਲੂਤੀ, ਅਸੀਂ ਕਿਸੇ ਦੀ ਬਦਨਾਮੀ, ਸਾਰਾ ਕੁਝ ਦਿਨ ਰਾਤ ਲੱਗੇ ਰਹਿੰਦੇ ਹਾਂ, ਜਾਤ ਪ੍ਰਸਤੀ ਜੇ ਵੋ। ਪਰ ਜਿਹੜੀ ਇਹ ਸਾਰੇ ਕਿਸ ਦੇ ਝਮੇਲਿਆਂ 'ਚ, ਕਦੀ ਰਾਜਨੀਤੀ 'ਚ, ਕਦੀ ਗਰੀਬੀ 'ਚ, ਕਦੀ ਜਾਤਾਂ 'ਚ, ਕਦੀ ਧਰਮ 'ਚ, ਜਿਹੜੀ ਸਾਡੀ ਮਾਨਵਤਾ ਹੁੰਦੀ ਆ, ਮਾਨਵਵਾਦੀ ਸੋਚ ਹੁੰਦੀ ਆ, ਹਿਊਮਨਟੇਰੀਅਨ ਸਾਡੀਆਂ ਫੀਲਿੰਗਸ ਹੁੰਦੀਆਂ, ਜਿਵੇਂ ਪਸ਼ੂ ਪਕਸ਼ੀਆਂ ਦੇ ਵਿੱਚ ਆਪਸ ਵਿੱਚ ਵੀ ਹੈਗੀਆਂ, ਉਹ ਅਸੀਂ ਸਾਰੀਆਂ ਨੂੰ ਕ੍ਰਸ਼ ਕਰਕੇ, ਲੌਕ ਕਰਕੇ, ਉਸ ਨੂੰ ਬਿਲਕੁਲ ਬੰਦ ਕਰਕੇ ਰੱਖਦੇ ਆ। ਜਿਹੜਾ ਉੱਥੇ ਹੋਇਆ ਸਾਰਿਆਂ ਤੋਂ ਵੱਧ ਮੈਨੂੰ ਬਹੁਤ ਚੰਗਾ ਲੱਗਾ ਐਸਪੀ ਸਿੰਘ, ਕਿ ਉੱਥੇ ਕਿਸੇ ਨੂੰ ਕੋਈ ਇਹੋ ਜਿਹਾ ਯਾਦ ਚੇਤਾ ਵੀ ਨਹੀਂ ਕਿ ਆਹ ਗਰੀਬ ਆ, ਆਹ ਰੈਗ ਪਿਕਰ ਆ, ਇਹਨੂੰ ਖੀਰ ਦੇਣੀ ਆ ਕਿ ਨਹੀਂ ਦੇਣੀ, ਇਹਨੂੰ ਕਿਸੇ ਨੂੰ ਤੁਸੀਂ ਉੱਥੇ ਜਿਹੜੀ ਬਣ ਕੇ ਆਉਂਦੀ ਹੈ ਇਹਨੂੰ ਕਾਜੂ ਦੀ ਪਿੰਨੀ ਦੇਣੀ ਆ ਕਿ ਨਹੀਂ ਦੇਣੀ। ਜਿਹੜਾ ਵੀ ਆ ਜਿੰਨਾ ਸਾਰਾ ਕੁਝ ਦੁਬਾਰਾ ਮਤਲਬ ਐਕਸਪੋਰਟ ਤੇ ਕੀਤਾ ਇੱਕ ਮਾਡਲ, ਅਸੀਂ ਰੈਜ਼ਿਸਟੈਂਸ ਪੋਲਿਟਿਕਸ ਦਾ ਪੂਰੇ ਦੇਸ਼ ਦੇਖ ਰਿਹਾ। ਬਿਲਕੁਲ ਰੈਜ਼ਿਸਟੈਂਸ ਪੋਲਿਟਿਕਸ ਕਿੱਦਾਂ ਹੁੰਦੀ ਹੈ। ਬਿਲਕੁਲ ਆਈ ਹੋਪ ਕਿ ਉਹ ਇੰਪੋਰਟ ਵੀ ਹੋਵੇ, ਇਸ ਕਰਕੇ
ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਤੋਂ ਸਾਡੇ ਪਿੰਡਾਂ ਵਿੱਚ ਵੀ ਆਵੇ ਕਿ ਇਦਾਂ ਮਿਲ ਬੈਠ ਕੇ ਇਦਾਂ ਰਿਹਾ ਜਾਂਦਾ। ਜਿਹੜੀ ਲੋਕਾਂ ਦੀ ਇੰਨੀ ਸਾਈਕੋਲੋਜੀਕਲ ਜਿਹੜਾ ਦਬਾਅ ਸੀਗਾ ਉਹਨੂੰ ਦੂਰ ਕੀਤਾ। ਲੋਕ ਪਿੰਡੋ ਪਿੰਡੀ ਲੜਾਈਆਂ ਕਰਦੇ ਸੀ, ਧੜੇਬੰਦੀਆਂ ਖਤਮ ਹੋਈਆਂ ਨੇ ਬਹੁਤ ਜ਼ਿਆਦਾ, ਇਸੇ ਕਰਕੇ ਉਹ ਦਬਾਅ। ਦੂਸਰਾ ਮੈਨੂੰ ਆਪ ਕੋਈ ਬੰਦੇ ਕਹਿ ਰਹੇ ਸੀ ਉਹ ਵਰਤਾਰਾ ਰੁਕਣਾ ਨਹੀਂ ਚਾਹੀਦਾ ਨਾ, ਇਹ ਛੋਟੇ ਛੋਟੇ ਭਟਕਦੇ ਮੁੱਦਿਆਂ ਨਾਲ। ਕੋਈ ਇੰਟਰਨੈਟ ਬੰਦ ਕਰ ਦਿੰਦਾ, ਬਿਜਲੀ ਬੰਦ ਕਰ ਦਿੰਦਾ, ਉੱਥੇ ਦੁਬਾਰਾ ਕਿੱਦਾਂ ਸਟਾਰਟ ਕਰੇਗਾ ਵੀ ਹੁਣ ਦੁਬਾਰਾ ਧੜੇਬੰਦੀਆਂ ਹੋ ਜਾਣ। ਫਿਰ ਜਦੋਂ ਇਹਨਾਂ ਨੂੰ ਇਹ ਹੋਵੇ ਐਸਪੀ ਸਿੰਘ ਕਿ ਮੈਨੂੰ ਜਿਹੜੀ ਟੁੱਥਪੇਸਟ ਮਿਲ ਜਾਣੀ ਉੱਥੇ ਢੇਰ ਲੱਗਾ, ਮੈਨੂੰ ਬ੍ਰਸ਼ ਮਿਲ ਜਾਣਾ, ਮੈਂ ਹੋਰਡਿੰਗ ਵੀ ਨਹੀਂ ਕਰੂੰ, ਮੈਨੂੰ ਪਤਾ ਉੱਥੇ ਢੇਰ ਲੱਗਾ, ਇਹ ਮਿਲਵਰਤਨ ਦੀ ਕੋਆਪਰੇਸ਼ਨ ਦੀ ਭਾਵਨਾ ਇੰਨੀ ਜ਼ਿਆਦਾ ਇਹ ਮੂਵਮੈਂਟ ਦਾ ਹੈ। ਹਾਊ ਡੂ ਵੀ ਗੋ ਫਰਮ, ਮਤਲਬ ਨੈਕਸਟ ਸਟੈਪ ਕੀ ਹੋਣਾ ਚਾਹੀਦਾ? ਗੱਲਬਾਤ ਚੰਗੀ ਹੋਵੇ ਮਾੜੀ ਹੋਵੇ, ਗੱਲਬਾਤ ਦਾ ਲਗਾਤਾਰ ਹੁੰਦੇ ਰਹਿਣਾ, ਉਹਦਾ ਇੱਕ ਆਪਣਾ ਵਜੂਦ ਸੀ, ਉਹਦੀ ਇੱਕ ਆਪਣੀ ਸਪੇਸ ਹੁੰਦੀ ਹੈ। ਮੈਂ ਇੰਡੀਅਨ ਐਕਸਪ੍ਰੈਸ ਦਾ ਐਡੀਟੋਰੀਅਲ ਇਹ ਪੜ੍ਹ ਰਿਹਾ ਸੀਗਾ 26 ਜਨਵਰੀ ਦਾ। ਉਹਨਾਂ ਨੇ ਲਿਖਿਆ ਹੈ ਕਿ ਗੱਲਬਾਤ ਦਾ ਲਗਾਤਾਰ ਹੁੰਦੇ ਰਹਿਣਾ ਇਹ ਬੇਹੱਦ ਜ਼ਰੂਰੀ ਹੈ ਜੇ ਸਰਕਾਰ ਤੇ ਲੋਕਾਂ 'ਚ ਕੋਈ ਰਿਸ਼ਤਾ ਬਣਨਾ। ਇਹ ਮੇਰੇ ਕੋਲ ਪੰਜਾਬੀ ਟ੍ਰਿਬਿਊਨ ਦਾ 28 ਜਨਵਰੀ ਦਾ ਐਡੀਟੋਰੀਅਲ ਹੈ ਡਾਕਟਰ ਸੁਭਰਾਜ ਵੀਰ ਹੋਰਾਂ ਦਾ। ਉਹਨਾਂ ਨੇ ਲਿਖਿਆ, ਗੱਲਬਾਤ ਨੂੰ ਜਾਰੀ ਰੱਖਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਤੇ ਗੱਲਬਾਤ ਜਾਰੀ ਰੱਖੀ ਜਾਣੀ ਚਾਹੀਦੀ ਹੈ। ਜਮਹੂਰੀਅਤ ਵਿੱਚ ਮਸਲੇ ਗੱਲਬਾਤ ਰਾਹੀਂ ਹੀ ਸੁਲਝਾਏ ਜਾਂਦੇ ਹਨ। ਹਾਊ ਡੂ ਵੀ ਗੋ ਬੈਕ? ਸਰਕਾਰ ਜੇ ਡਿਸਕ੍ਰੈਡਿਟ ਕਰੇਗੀ ਫਾਰਮਰਸ ਯੂਨੀਅਨ ਨੂੰ ਤਾਂ ਗੱਲਬਾਤ ਹੋਣੀ ਮੁਸ਼ਕਿਲ ਹੈ। ਜੇ ਫਾਰਮਰਸ ਯੂਨੀਅਨ ਰਸਤਾ ਸਰਕਾਰ ਨੂੰ ਨਹੀਂ ਦੇਣਗੀਆਂ ਤਾਂ ਗੱਲਬਾਤ ਹੋਣੀ ਮੁਸ਼ਕਿਲ ਹੈ। ਪਰ ਇਵੈਂਚੁਅਲੀ ਵੀ ਹੈਵ ਟੂ ਰਿਜ਼ੋਲਵ ਨਾ। ਦੇਖੋ, ਸੰਵਾਦ ਤਾਂ ਹਮੇਸ਼ਾ ਹੀ ਹੋਣਾ ਚਾਹੀਦਾ ਹੈ। ਮੈਂ ਤਾਂ ਮਤਲਬ ਪਰਸਨਲ ਗੱਲ ਕਰਦੇ ਫਿਰ ਕਹਿ ਰਿਹਾ, ਬਹੁਤ ਸਾਲ ਪਹਿਲਾਂ ਮੈਂ ਕਦੇ ਇਸ ਤਰ੍ਹਾਂ ਦੀ ਕਵਿਤਾ ਜਾਂ ਇਸ ਤਰ੍ਹਾਂ ਦੀ ਕੋਈ ਲਾਈਨਾਂ ਲਿਖੀਆਂ ਨਹੀਂ। ਰਣਜੀਤ ਜੀ, ਮੈਂ ਕਦੇ ਬਹੁਤ ਸਾਲ ਪਹਿਲਾਂ ਲਿਖ ਕੇ ਆਪਦੇ ਆਫਿਸ ਦੇ ਵਿੱਚ ਪਿੱਛੇ ਲਾਈ ਸੀ, ਝੂਠ और भ्रम से उपजा संदेह रोग है और संवाद रोग निवारक। ਸੰਵਾਦ ਰੋਗ ਨਿਵਾਰਕ, ਸੰਵਾਦ ਰੋਗ ਨਿਵਾਰਕ। ਸਾਰੀ ਸਮੱਸਿਆਵਾਂ ਦੀ ਹੱਲ ਤਾਂ ਸੰਵਾਦ ਦੇ ਵਿੱਚ ਹੈ, ਇਸ ਤੋਂ ਬਾਅਦ ਰਹਿਣੀ ਹੀ। ਬਿਲਕੁਲ, ਉਹਦਾ ਮਾਹੌਲ ਤਾਂ ਰਹਿਣਾ ਹੀ ਚਾਹੀਦਾ। ਵਾਟ ਕਾਈਂਡ ਆਫ ਅ ਗਵਰਨਮੈਂਟ ਸੇਜ਼ ਕਿ ਹੁਣ ਅਸੀਂ ਅੱਗੋਂ ਗੱਲਬਾਤ ਨਹੀਂ ਕਰਾਂਗੇ? ਮਤਲਬ ਮੈਨੂੰ ਲੱਗਦਾ ਹੁੰਦਾ ਸੀ ਵੀ ਇਹ ਮਿਲੀਟੈਂਟ ਮੂਵਮੈਂਟਸ ਕਹਿੰਦੀਆਂ ਹੁੰਦੀਆਂ ਸੀ ਵੀ ਹੁਣ ਅਸੀਂ ਸਰਕਾਰ ਨਾਲ ਗੱਲ ਨਹੀਂ ਕਰਾਂਗੇ। ਸਰਕਾਰ ਨੇ ਬਾਰ-ਬਾਰ ਇਹ ਕੀਤਾ। ਸਰਕਾਰ ਕਦੋਂ ਕਹਿੰਦੀ ਹੁੰਦੀ ਸੀ ਅਸੀਂ ਗੱਲਬਾਤ ਨਹੀਂ ਕਰਾਂਗੇ? ਸਰਕਾਰ ਨੇ ਬਹੁਤ ਸੋਚ ਸਮਝ ਕੇ ਕਿਹਾ ਸੀ। ਤੁਸੀਂ ਦੇਖਿਆ ਹੋਣਾ, ਲੀਡਰਸ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਉਹ ਦਿਨ ਕਿਹਾ ਸੀ ਠੀਕ ਹੈ, ਫਿਰ ਤੁਸੀਂ ਨਹੀਂ ਮੰਨਦੇ ਸਾਡਾ ਪ੍ਰਸਤਾਵ ਸਸਪੈਂਸ਼ਨ ਵਾਲਾ ਲਾਅ ਦੇ, ਤੇ ਫਿਰ 26 ਤਰੀਕ ਦੀ ਤਿਆਰੀ ਤੁਸੀਂ ਵੀ ਕਰੋ ਤੇ ਅਸੀਂ ਵੀ ਕਰਾਂਗੇ। ਉਹਨਾਂ ਨੇ 26 ਤਰੀਕ ਦੀ ਤਿਆਰੀ ਕੀਤੀ। ਇੱਕ ਤਰ੍ਹਾਂ ਦੇ ਵਿਚਾਰ ਦੇ ਲੋਕ, ਉਸ ਤੋਂ ਇਲਾਵਾ ਬਹੁਤ ਸਾਰੇ ਲੋਕ ਲਾਲ ਕਿਲੇ ਤੱਕ ਗਏ, ਉਹਨਾਂ ਨੇ ਰਾਹ ਦਿੱਤਾ ਤੇ ਬਾਅਦ ਚ ਗੋਦੀ ਮੀਡੀਆ ਆਪਦਾ ਤਿਆਰ ਖੜਾ ਕੀਤਾ ਤੇ ਫਿਰ ਟ੍ਰੋਲ ਆਰਮੀ ਦੇ ਨਾਲ ਲੋਕਾਂ ਨੂੰ ਸਭ ਕੁਝ ਪਤਾ ਪਰ ਨਾ ਹੀ ਜਾਈਏ। ਨਹੀਂ ਸਰ, ਮੈਂ ਬਹੁਤ ਗੱਲ ਕਰ ਰਿਹਾ, ਬਿਲਕੁਲ ਡਿਫਰੈਂਟ ਗੱਲ ਕਰ ਰਿਹਾ ਜੀ ਜੀ। ਉਹ ਸਾਰੇ ਤੋਂ ਬਾਅਦ ਜਿਹੜਾ ਇੱਕ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਹੋਈ, ਜਿਹਦੇ ਕਰਕੇ 26 ਤਰੀਕ ਦਾ ਟਰੈਕਟਰ ਪਰੇਡ ਦਾ ਜਿਹੜਾ ਧੂਮ ਪੈਣੀ ਸੀ, ਸਰਕਾਰ ਤੇ ਦਬਾਅ ਪੈਣਾ ਸੀ, ਉਹ ਹਟਿਆ। ਹੁਣ ਵਾਪਸ ਖਾਸ ਕਰਕੇ ਗਾਜ਼ੀਪੁਰ ਤੋਂ ਬਾਅਦ ਵਾਪਸ ਉਸੇ ਲਈ ਤੇ ਗੱਲ ਆ ਗਈ ਹੈ ਤੇ ਉਹ ਵਿਰਤਾਂਤ ਸਿਰਜਿਆ ਜਾ ਰਿਹਾ ਹੈ। ਪਰ ਰਾਸ਼ਟਰੀ ਧਰੋਹਰ ਤੇ ਕੋਈ ਧਰਮ ਦਾ, ਇੱਕ ਕਿਸੇ ਧਰਮ ਦਾ ਝੰਡਾ ਜਾਂ ਕਿਸੇ ਵਿਚਾਰ ਦਾ ਝੰਡਾ ਲਹਿਰਾਣ ਤੇ ਜਦੋਂ ਸਵਾਲ ਉੱਠਦੇ ਨੇ, ਉਦੋਂ ਸਵਾਲ ਇਹ ਵੀ ਉੱਠ ਰਹੇ ਨੇ ਤੇ ਗੰਭੀਰ ਸਵਾਲ ਨੇ। ਇਹ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਨੂੰ ਵੀ ਧਿਆਨ ਰੱਖਣਾ ਚਾਹੀਦਾ। ਸਵਾਲ ਹੁਣ ਆ ਗਿਆ ਕਿ ਪਾਰਲੀਮੈਂਟ ਦਾ ਜਦੋਂ ਨਵਾਂ ਭਵਨ ਬਣ ਰਿਹਾ ਹੋਏਗਾ, ਬਿਲਡਿੰਗ ਬਣੇਗੀ, ਉਹਦਾ ਨਿਰਮਾਣ ਸ਼ੁਰੂ ਹੋਏਗਾ, ਉਦੋਂ ਉੱਥੇ ਸਰਕਾਰ ਦਾ ਪ੍ਰਧਾਨ ਮੰਤਰੀ ਸਰਕਾਰ ਬਹਿ ਕੇ ਜਦੋਂ ਉਹਨੂੰ ਸ਼ੁਰੂਆਤ ਕਰੇਗੀ, ਉਹ ਕਿਹੜੀ ਵਿਧੀ ਨਾਲ ਹੋਏਗੀ? ਕੀ ਕਿਸੇ ਇੱਕ ਧਾਰਮਿਕ ਵਿਧੀ ਨਾਲ ਹੋਏਗੀ? ਸ਼ਾਇਦ ਮੋਸਟ ਲਾਈਕਲੀ ਹਵਨ ਵਗੈਰਾ, ਕਿਉਂਕਿ ਭੂਮੀ ਪੂਜਨ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੀ। ਉਹ ਜ਼ਿਆਦਾ ਖਤਰਨਾਕ ਹੈ ਜਦੋਂ ਸਰਕਾਰ ਇਹ ਕਰਦੀ ਹੈ। ਇਹ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ, ਕਾਂਗਰਸ ਦੀਆਂ ਸਰਕਾਰਾਂ ਵੀ ਇਹ ਸਭ ਕਰਦੀਆਂ ਰਹੀਆਂ। ਉਹ ਨਹੀਂ ਖਰਾਬ ਸੀ। ਮੈਂ ਦੇਖਿਆ ਨੇਵਲ ਸ਼ਿਪਸ ਅਸੀਂ ਬਣਾਉਂਦੇ ਸੀ ਬੜੀ ਮੁਸ਼ਕਲ ਨਾਲ, ਤੇ ਜਦੋਂ ਲਾਂਚ ਕਰਨਾ ਹੁੰਦਾ ਸੀ ਸਮੁੰਦਰੀ ਬੇੜਾ ਤੇ ਨਾਰੀਅਲ ਜ਼ਰੂਰ ਚਾਹੀਦਾ ਹੁੰਦਾ ਸੀ। ਸਰ, ਮੈਂ ਤੁਹਾਨੂੰ ਉਹੀ ਕਹਿ ਰਿਹਾ, ਸਰਕਾਰਾਂ ਕਰਦੀ ਰਹੀਆਂ ਨੇ। ਮੈਂ ਕਹਿੰਦਾ ਜਦੋਂ ਕੋਈ ਇਸ ਤਰ੍ਹਾਂ ਦਾ ਪ੍ਰਯੋਗ ਜਿਹੜਾ ਹੁਣ ਹੋਇਆ, ਜੇ ਕੋਈ ਇੰਡੀਵਿਜੂਅਲਸ ਕਰਦੇ ਨੇ, ਸਾਡੀ ਥਿਓਕ੍ਰੈਟਿਕ ਸਟੇਟ ਨਹੀਂ ਹੈ, ਉਹਨਾਂ ਨੂੰ ਆਪਾਂ ਗਲਤ ਕਹਿੰਦੇ ਆ, ਪਰ ਜਦੋਂ ਸਰਕਾਰ ਇਹ ਕਰਦੀ ਹੈ ਹੋਰ ਵੀ ਜ਼ਿਆਦਾ ਗਲਤ ਹੈ। ਇਹਦੇ ਨਾਲ ਉਹ ਵੀ ਡਿਸਕੋਰਸ ਬਣਨਾ ਚਾਹੀਦਾ। ਇਹ ਡਿਸਕੋਰਸ ਦੀ ਗੱਲ ਹੈ ਨਾ ਪੂਰੀ। ਇਸ ਮੂਵਮੈਂਟ ਦੇ ਵਿੱਚ ਵੀ ਬਹੁਤ ਵੱਡਾ ਸੰਵਾਦ ਦਾ ਡਿਸਕੋਰਸ ਬਣਿਆ। ਸੰਵਾਦ ਦਾ ਕੀ, ਇਹ ਮੈਨੂੰ ਲੱਗਦਾ ਸਮਾਜ ਦਾ ਹਿੱਸਾ ਹੈ। ਸਮਾਜ ਐਸੇ ਤਰ੍ਹਾਂ ਗੱਲ ਕਰਦਾ ਹੈ। ਜੇ ਲੋਕਡਾਊਨ ਲੱਗਿਆ, ਤੁਸੀਂ ਵੇਖਿਆ ਹੋਣਾ ਕਿ ਸ਼ਹਿਰਾਂ ਦੇ ਵਿੱਚੋਂ ਕਿੰਨੇ ਲੋਕ ਪ੍ਰਵਾਸੀ ਜਾ ਰਹੇ ਸੀ, ਪਿੰਡਾਂ ਦੇ ਵਿੱਚੋਂ ਨਹੀਂ ਗਏ। ਕਿਉਂ ਨਹੀਂ ਗਏ? ਜਿਹੜੇ ਖੇਤ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੇ ਉਹ ਸੰਭਾਲ ਲਏ। ਇੱਕ ਦੂਜੇ ਦੀ ਮਦਦ ਕਰਨ ਦਾ ਸੁਭਾਅ ਹੈਗਾ। ਪਰ ਜਿਹੜਾ ਨਵਾਂ ਸ਼ਹਿਰ ਨੇ ਸਿੱਖਿਆ ਹੋਵੇ, ਸਿਰਜਿਤ ਹੋਇਆ ਕਿ ਉੱਥੇ ਬਹਿ ਕੇ ਧਰਨਿਆਂ ਤੇ ਜਾ ਕੇ ਸਾਰੇ ਮੂਵਮੈਂਟ ਦੇ ਵਿੱਚ ਆਪਸ ਦੇ ਵਿੱਚ ਅੱਡ-ਅੱਡ ਰਾਏ ਦੇ ਵਿੱਚ ਬਹਿਸ ਕਰਨ ਦਾ ਤੇ ਸੰਵਾਦ ਕਰਨ ਦਾ ਤਰੀਕਾ ਵੀ ਲੋਕਾਂ ਨੇ ਸਿੱਖਿਆ। ਬਟ ਕੁਝ ਕੋਸ਼ਿਸ਼ਾਂ ਹਲੇ ਵੀ ਉਹਦੇ ਵਿੱਚ ਹੁੰਦੀਆਂ ਨੇ ਕਿ ਮੈਂ ਮਨਜੀਤ ਜੀ ਨਾਲ ਨਹੀਂਗਾ। ਮਨਜੀਤ ਜੀ ਨੇ ਕਹਿਤਾ ਵੀ ਇਹਨੂੰ ਥੋੜਾ ਐ ਸੋਚ ਲਈਏ, ਤੇ ਮੈਂ ਜਦੋਂ ਕਹਿ ਦੇਣਾ ਕਿ ਲੋ ਮਨਜੀਤ ਜੀ ਨੇ ਸਰਕਾਰ ਦੀ ਗੱਲ ਕਰਤੀ, ਮਨਜੀਤ ਜੀ ਆ ਕਿਵੇਂ ਕਰਤੀ ਤੁਸੀਂ, ਜਿਹੜਾ ਇਹ ਅਟੈਕ ਹੈ ਇਹ ਬੰਦ ਹੋਣਾ ਚਾਹੀਦਾ। ਇੱਕ ਉਦਾਹਰਨ ਤੁਹਾਨੂੰ ਦੇ ਦੇਣਾ, ਸੰਵਾਦ ਦਾ ਤਰੀਕਾ ਇਹ ਵੀ ਹੋਣਾ ਚਾਹੀਦਾ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਐਸੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਪਿਛਲੇ ਸਾਲ ਇੱਕ ਤਿਰੰਗਾ ਯਾਤਰਾ ਹੋਈ। ਕੁਝ ਸਾਥੀਆਂ ਨੇ ਕਿਹਾ ਸੀ ਤਿਰੰਗਾ ਯਾਤਰਾ ਸ਼ਾਮਿਲ ਨਹੀਂ ਹੋਵਾਂਗੇ। ਸਮੂਹ ਸੀਗਾ 26 ਜਨਵਰੀ ਹੀ ਸੀ ਸ਼ਾਇਦ, 26 ਜਨਵਰੀ ਸੀ ਤਿਰੰਗਾ ਯਾਤਰਾ ਹੋਣੀ ਸੀ। ਫਿਰ ਇਹ ਹੋਇਆ ਠੀਕ ਹੈ ਤੁਸੀਂ ਨਹੀਂ ਹੋਣਾ, ਤੁਸੀਂ ਪਾਸੇ ਹੋ ਜਾਓ, ਅਸੀਂ ਕਰ ਲੈਨੇ ਆ। ਉਹ ਪਾਸੇ ਹੋ ਗਏ, ਬਾਕੀਆਂ ਨੇ ਕਰ ਲਈ। ਉਸ ਤੋਂ ਬਾਅਦ ਦੋਨਾਂ ਨੇ ਇਕੱਠੇ ਹੋ ਕੇ ਪ੍ਰੋਗਰਾਮ ਕੀਤੇ। ਬਸ
ਇਹ ਇੱਕ ਸੰਵਾਦ ਦੇ ਨਾਲ ਇਹ ਚੱਲਣਾ ਚਾਹੀਦਾ ਹੈ। ਜੀ। ਇਹ ਨਹੀਂ ਕਿ ਤੁਸੀਂ ਕਰੋ ਵੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਤੇ ਉੱਥੇ ਵਿੱਚ ਜਾ ਕੇ ਮੈਂ ਅੜੰਗਾ ਪਾ ਕੇ ਤੁਹਾਡਾ ਰਾਸਤਾ ਰੋਕੂੰਗਾ, ਗੜਬੜ ਕਰੂੰਗਾ। ਇਹ ਬਿਹਤਰ ਤਰੀਕੇ ਨਾਲ ਸੰਵਾਦ ਨੂੰ ਬਣਾਉਣਾ ਚਾਹੀਦਾ ਹੈ। ਪੁੱਟ ਯੋਰ ਮਨੀ ਵੇਅਰ ਯੋਰ ਮਾਊਥ ਇਜ਼। ਇਵੈਂਚੁਅਲੀ ਕੀ ਹੋਏਗਾ? ਸਰਕਾਰ ਬਿੱਲ ਵਾਪਸ ਲਵੇਗੀ ਜਾਂ ਕਿਸੇ ਵੀ ਹਾਲਾਤਾਂ ਵਿੱਚ ਹੋਏਗਾ, ਉਸ ਟੇਬਲ ਤੇ ਤਾਂ ਵਾਪਸ ਜਾਣਾ ਹੀ ਪਏਗਾ। ਹੁਣ ਵਾਪਸ ਪਾਰਲੀਮੈਂਟ ਤਾਂ ਜਾਣਾ ਹੀ ਪਏਗਾ। ਜੇ ਬਿੱਲ ਵਾਪਸ ਵੀ ਲੈਣੇ ਨੇ ਜਾਂ ਚੇਂਜ ਵੀ ਕਰਨੇ ਨੇ ਤਾਂ ਵੀ ਪਾਰਲੀਮੈਂਟ ਕੋਲ ਤੇ ਜਾਣਾ ਹੀ ਹੈ। ਤੇ ਜਿਹੜਾ ਨਵਾਂ ਬਿੱਲ ਬਣੇ ਉਹ, ਕਿਉਂਕਿ ਐਗਰੀਕਲਚਰ ਰਿਫਾਰਮਸ ਤਾਂ ਚਾਹੀਦੀਆਂ ਨੇ ਅਜੇ, ਕਿ ਸਾਡਾ ਜਿਹੜਾ ਤਸੱਵੁਰ ਹੈ ਕਿ ਕਿਹੜੀਆਂ ਰਿਫਾਰਮਸ ਚਾਹੀਦੀਆਂ ਨੇ ਤੇ ਕਿਸ ਕਿਸਮ ਦੀਆਂ ਚਾਹੀਦੀਆਂ ਨੇ, ਉਹਦੇ ਵਿੱਚ ਕਿਵੇਂ ਇਨਸ਼ੋਰ ਕੀਤਾ ਜਾਵੇ ਕਿ ਪੀਡੀਐਸ ਦਾ ਸਿਸਟਮ ਨਾ ਟੁੱਟੇ, ਪੀਐਮਸੀ ਨਾ ਟੁੱਟੇ, ਐਮਐਸਪੀ ਨੂੰ ਲੈਜਿਸਲੇਟ ਕੀਤਾ ਜਾਵੇ, ਉਹਦੀ ਪ੍ਰੋਟੈਕਸ਼ਨ ਮਿਲੇ, ਸਾਡੀ ਐਗਰੀਕਲਚਰ ਇਕਨੋਮਿਕਲੀ ਵੀ ਤੇ ਇਕੋਲੋਜੀਕਲੀ ਵੀ ਸਸਟੇਨੇਬਲ ਹੋਵੇ। ਇਹ ਸਾਰਾ ਕੁਝ ਤਾਂ ਹੋਏਗਾ। ਇਹਨਾਂ ਸਾਰੇ ਵਿਚਾਰ ਚਰਚਾਵਾਂ ਲਈ ਕੀ ਇਹ ਨਿਯਮ ਬਣਨਾ ਚਾਹੀਦਾ ਹੈ ਕਿ ਹਰ ਬਿੱਲ ਹਮੇਸ਼ਾ ਸਿਲੈਕਟ ਕਮੇਟੀ ਕੋਲ ਜਾਵੇ ਤੇ ਜਿਹੜੀ ਐਗਰੀਕਲਚਰ ਬਿੱਲ ਹੈ ਇਹ ਇੱਕ ਲੰਬਾ ਇਹਨੂੰ ਮੰਥਨ ਦੇ ਵਿੱਚ ਪਾਇਆ ਜਾਵੇ, ਲੋਕ ਬਕਾਇਦਾ ਤੇ ਐਕਸਪਰਟਸ ਰਾਏ ਰੱਖਣ, ਇਵੈਂਚੁਅਲੀ ਤਾਂ ਉਧਰ ਹੋਏਗਾ। ਨਹੀਂ, ਇਹ ਕਰਦਾ ਵੀ ਇਜ਼ ਦੈਟ ਅ ਫੇਅਰ ਸੋਲੂਸ਼ਨ? ਬਿਲਕੁਲ ਨਹੀਂ। ਇਹਦੇ ਅੱਗੇ ਆਲਰੇਡੀ ਪ੍ਰੋਵੀਜ਼ਨ ਹੈ, ਉਹ ਕਰਦੇ ਨਹੀਂ। ਜਿਹੜੀਆਂ ਕਮੇਟੀਆਂ ਵੀ ਆ ਉਹ ਵੀ ਕੈਜੂਅਲੀ ਲੈਂਦੀਆਂ, ਇਹਦਾ ਨਹੀਂ ਹੈਗਾ। ਅਸਲ 'ਚ ਜਿਹਨੂੰ ਤੁਸੀਂ ਫਾਇਦਾ ਪਹੁੰਚਾਉਣਾ, ਜਿਸ ਧਿਰ ਨੂੰ, ਜੇ ਮਜ਼ਦੂਰਾਂ ਨੂੰ ਫਾਇਦਾ ਪਹੁੰਚਾਉਣਾ, ਮਜ਼ਦੂਰਾਂ ਨੇ ਬੜੀ ਲੇਬਰ ਲਾਜ਼ ਜਿਸ ਤਰ੍ਹਾਂ ਭੰਨੇ ਆ ਤੇ ਇੰਨੀ ਉਮਰਾਂ ਦੇ ਬਾਅਦ ਸੈਂਕੜੇ ਹਜ਼ਾਰਾਂ ਲੱਖਾਂ ਮਜ਼ਦੂਰਾਂ ਨੇ ਕੁਰਬਾਨੀਆਂ ਦੇ ਕੇ ਲੇਬਰ ਲਾਜ਼ ਮੇਰਾ ਕਹਿਣਾ ਐਸਪੀ ਸਿੰਘ ਕਿ ਜਿਹਦੇ ਲਈ ਵੀ ਤੁਸੀਂ ਕੁਝ ਬਦਲ ਕੇ ਲਿਆਉਣਾ ਉਹਨੂੰ ਪੁੱਛੋ ਤੇ ਸਹੀ ਵੀ ਅਸੀਂ ਤੇਰੇ ਲਈ ਇਹ ਕਰ ਰਹੇ ਹਾਂ, ਡੈਮੋਕ੍ਰੇਸੀ ਹੈ। ਜੇ ਕਿਸਾਨਾਂ 10 ਸੈਕਿੰਡਸ ਤੇ 10 ਆਵਰ ਲੌਂਗ ਸਵਾਲ ਜਿਹਨੂੰ 10 ਘੰਟੇ ਤੁਹਾਨੂੰ ਲੱਗਣੇ ਚਾਹੀਦੇ ਨੇ ਵੈਸੇ ਘੱਟੋ ਘੱਟ ਜਵਾਬ ਦੇਣ ਨੂੰ, ਤੇ 10 ਸਕਿੰਟ ਮੈਂ ਦੇ ਰਿਹਾ ਕਿਉਂਕਿ ਮੇਰੇ ਕੋਲ ਇੰਨੇ ਹੀ ਬਚੇ ਨੇ। ਉਹ ਇਹ ਹੈ ਕਿੰਨੇ ਇਹ ਖਤਰਨਾਕ ਸ਼ਬਦ ਹੈਗੇ ਨੇ। ਤੁਸੀਂ ਦੇਖਿਆ ਯੂਰਪੀਅਨ ਹਿਸਟਰੀ 'ਚ ਆਇਆ ਕਿ ਫਾਈਨਲ ਸੋਲੂਸ਼ਨ ਕੀ ਹੋਵੇ। ਤੁਹਾਨੂੰ ਲੱਗਦਾ ਹੈ ਕਿ ਵਨ ਡੇ ਵਿਲ ਕਮ, ਇੱਕ ਦਿਨ ਇਹੋ ਜਿਹਾ ਆਏਗਾ ਕਿ ਇਹ ਜਨਰੇਸ਼ਨ ਹੋਵੇ, ਰਾਹੁਲ ਗਾਂਧੀ ਦੀ ਜਨਰੇਸ਼ਨ ਹੋਵੇ, ਜਾਂ ਰਾਹੁਲ ਗਾਂਧੀ ਰੱਬ ਜਾਣੇ ਵਿਆਹ ਕਰਦੇ ਆ ਨਹੀਂ ਕਰਦੇ, ਉਹਨਾਂ ਦੀ ਸੰਤਾਨਾਂ ਦੀ ਜਨਰੇਸ਼ਨ ਹੋਵੇ, ਸਾਡੀਆਂ ਸੰਤਾਨਾਂ ਦੀ ਜਨਰੇਸ਼ਨ ਹੋਵੇ, ਇੱਕ ਦਿਨ ਅਜਿਹਾ ਆਏਗਾ ਕਿ somebody will say go back to 91, ਦੁਬਾਰਾ ਜਾਓ ਤੁਸੀਂ ਉਹਨਾਂ ਰਿਫਾਰਮਸ ਦੇ ਵੱਲ, ਉਸ ਇਕਨੋਮਿਕ ਲਿਬਰਲਾਈਜੇਸ਼ਨ ਵਾਲੇ ਏਜੰਡੇ ਦੇ ਵੱਲ, ਤੇ ਇੱਕ ਵਾਰੀ ਮੁੜ ਕੇ ਸੋਚੋ ਕਿ ਭਰਾਵੋ ਮੋੜ ਉੱਥੋਂ ਗਲਤ ਕੱਟਿਆ ਸੀ, ਇਸ ਕਰਕੇ ਬਾਰ-ਬਾਰ ਕੰਧਾਂ ਵਿੱਚ ਪਏ ਵੱਜਦੇ ਆ। 91 ਹੀ ਨਹੀਂ, ਉਸ ਤੋਂ ਵੀ ਪਹਿਲਾਂ 85 86 ਤੋਂ ਵੀ ਅਰਲੀ 1950s ਵਿੱਚ। ਅੱਛਾ, ਉੱਥੋਂ ਜਾ ਕੇ ਕਿਉਂਕਿ ਗ੍ਰੀਨ ਰੈਵੋਲੂਸ਼ਨ ਨੇ ਜੋ ਸੱਤਿਆਨਾਸ਼ ਕੀਤਾ ਉਹਦਾ ਵੀ ਸਾਨੂੰ ਲੇਖਾ ਜੋਖਾ ਕਰਨਾ ਪਊਗਾ। ਸਾਰੀ ਪਵਾੜੇ ਦੀ ਜੜ ਉੱਥੋਂ ਸ਼ੁਰੂ ਹੋਈ ਹੈ ਤੇ ਹੁਣ ਇਹਨਾਂ ਨੇ ਇਸ ਨੂੰ ਗਲੋਬਲਾਈਜ਼ ਕਰਤਾ। ਪਹਿਲਾਂ ਉਹ ਦੇਸ਼ ਨੂੰ ਅੰਨ ਖਿਲਾਉਣ ਦੇ ਬਹਾਨੇ ਸੀਗਾ, ਸਾਡੀ ਜ਼ਮੀਨ ਬਿਮਾਰ ਹੋਈ, ਸਭ ਲੋਕ ਬਿਮਾਰ ਹੋਏ, ਸਾਡਾ ਸਾਰਾ ਤਬਾਹ, ਸਾਨੂੰ ਮਿਲਿਆ ਕਿ ਪੰਜਾਬ ਨੂੰ ਕੁਝ ਨਹੀਂ। ਜਿਹੜੀ ਗੱਲ ਐਕਚੁਅਲੀ ਗੁਦਾਰਾ ਜੀ ਕਹਿ ਰਹੇ ਸੀ ਕਿ ਚਰਚਾਵਾਂ ਵਾਲਾ ਬਣੇਗਾ, ਸਮਾਜ ਬਣੇਗਾ, ਤਾਂ ਫਿਰ ਇਹ ਸਾਰੇ ਸਵਾਲ ਆਣਗੇ ਕਿ ਕਿੱਥੋਂ ਜਾ ਕੇ ਅਸੀਂ ਅਸਲ ਵਿੱਚ ਭਟਕੇ ਸੀ। ਮੈਂ ਤੁਹਾਨੂੰ ਇਹ ਕਹਿ ਰਿਹਾ ਸੀ, ਸਮਾਜ ਜਿਵੇਂ ਹੁਣ ਵੀ ਤੁਸੀਂ ਰਾਜਸਥਾਨ ਦੇ ਕੁਝ ਹਿੱਸਿਆਂ 'ਚ, ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਦੇ ਜਾ ਕੇ ਵੇਖੋਗੇ, ਬਿਲਕੁਲ ਡਿਫਰੈਂਟ ਪਰਸਪੈਕਟਿਵ ਹੈ ਨਾ। ਐਬਸੋਲੂਟਲੀ। ਪਰ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਜਿਹੜੀ ਖਰੀਦ ਹੈ ਉਹ ਸੁਨਿਸ਼ਚਿਤ ਕਰ ਦਿਓ, ਇਹ ਕਾਨੂੰਨ ਵਾਪਸ ਲੈ ਲਓ, ਫਿਰ ਗੱਲ ਸ਼ੁਰੂ ਕਰੋ। ਹੋ ਸਕਦਾ ਤੁਹਾਨੂੰ ਇਸ ਤਰ੍ਹਾਂ ਦੇ ਕਾਨੂੰਨ ਦੀ ਲੋੜ ਹੀ ਮਹਿਸੂਸ ਨਾ ਹੋਵੇ। ਵੈਸੇ ਬੜਾ ਵਧੀਆ ਸੋਲੂਸ਼ਨ। ਨਾਲੇ ਮੈਨੂੰ ਲੱਗਦਾ ਮੋਦੀ ਸਾਹਿਬ ਫਿਰ ਲੋਕ ਹੈ ਨਾ, ਜਿਹੜੀ ਗ੍ਰੀਨ ਰੈਵੋਲੂਸ਼ਨ ਦਾ ਤੁਸੀਂ ਕਹਿੰਦੇ ਨਾਸ਼ ਹੋਇਆ, ਫਸਲਾਂ ਖਰਾਬ ਹੋਈਆਂ, ਫਿਰ ਹੋ ਸਕਦਾ ਲੋਕ ਕੱਲਾ ਝੋਨਾ ਤੇ ਧਾਨ ਬੋਣ ਦੀ ਬਜਾਏ ਬਾਜਰਾ ਵੀ ਬੋਣਾ ਸ਼ੁਰੂ ਕਰ ਦੇਣ। ਫਿਰ ਮਿਲਟਸ ਵੀ ਆ ਜਾਣ, ਤਰ੍ਹਾਂ ਦੀ ਚੀਜ਼ਾਂ ਹੋਣਗੀਆਂ, ਦਾਲਾਂ ਵੀ ਹੋਣਗੀਆਂ, ਅਸੀਂ ਆਰਗੈਨਿਕ ਖੇਤੀ ਵੱਲ ਵੀ ਜਾਈਏ। ਵੈਸੇ ਮੋਦੀ ਸਾਹਿਬ ਨੂੰ ਇਹ ਕਰ ਹੀ ਦੇਣਾ ਚਾਹੀਦਾ। ਇੱਕ ਤਾਂ ਇਹ ਦੇਖੋ ਇੰਨੀ ਦੇਰ ਤੱਕ ਬਾਰਡਰ ਰੁਕੇ ਰਹਿਣ, ਸਿੰਘੂ ਤੇ ਲੋਕ ਬੈਠੇ ਰਹਿਣ, ਐਵੇਂ ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਤੇ ਜੇ ਮੋਦੀ ਸਾਹਿਬ ਨੂੰ ਨਹੀਂ ਵੀ ਵਿਸ਼ਵਾਸ ਹੈ ਵੀ ਇਹ ਕਿਸਾਨ ਨੇਤਾ ਕਿਉਂ ਕਰ ਰਹੇ ਨੇ, ਅਮਿਤ ਸ਼ਾਹ ਜੀ ਨੂੰ ਨਹੀਂ ਵਿਸ਼ਵਾਸ, ਤੇ ਮੈਨੂੰ ਲੱਗਦਾ ਵੀ ਇਹਨਾਂ ਨੂੰ ਚਾਹੀਦਾ ਵੀ ਇਹ ਕਿਸਾਨਾਂ ਦੇ ਨਾਲ ਧਰਨੇ ਦੀ ਫੂਕ ਹੀ ਕੱਢ ਦੇਣ, ਰਾਤੋਂ ਰਾਤ ਤਿੰਨੋਂ ਬਿੱਲ ਵਾਪਸ ਲੈ ਲੈਣ ਤੇ ਅਨਾਉਂਸ ਕਰ ਦੇਣ ਕਿ ਐਮਐਸਪੀ ਤੇ ਅਸੀਂ ਕਾਨੂੰਨ ਬਣਾ ਰਹੇ ਹਾਂ। ਇਹਨਾਂ ਦੀ ਫੂਕ ਹੀ ਕੱਢ ਦੇਣ। ਉਸ ਤੋਂ ਬਾਅਦ ਪਤਾ ਲੱਗ ਜਾਏਗਾ ਵੀ ਇੱਥੇ ਫਿਰ ਵਾਪਸ ਆਣਾ ਹੀ ਪਏਗਾ ਸਾਰਾ। ਹੋਰ ਫੂਕ ਹੈ ਨਾ, ਕਾਨੂੰਨ ਨਹੀਂ ਕੀ ਧਰਨੇ ਦੀ ਫੂਕ ਲੋਕਾਂ ਦੀ ਜਨ ਆਵਾਜ਼ ਹੈ, ਇਸ ਕਰਕੇ ਉਹ ਫੂਕ ਤਾਂ ਨਹੀਂ ਨਿਕਲ ਸਕਦੀ, ਕਾਨੂੰਨ ਵਾਪਸ ਹੋ ਸਕਦਾ। ਜੇ ਹੋਰ ਵੀ ਇਹਨਾਂ ਨੇ ਕਰਨਾ ਤੇ ਨਾਲ ਤੇ ਵੀ ਨਹੀਂ ਮੰਨ ਰਹੇ ਤੁਸੀਂ, ਨਾਲ ਮੋਦੀ ਜੀ ਆ ਕੇ ਮਾਫੀ ਵੀ ਮੰਗ ਲੈਣ ਕਿ ਮੈਂ ਤੁਹਾਨੂੰ ਇੰਨੇ ਦਿਨ ਇੰਨੀ ਤਕਲੀਫ ਦਿੱਤੀ, ਤਾਂ ਫਿਰ ਹੋਰ ਵੀ ਸੋਨੇ ਤੇ ਸੁਹਾਗਾ ਹੋ ਜਾਏ। ਨਹੀਂ ਸਰ, ਪਰ ਇਹ ਜਿਹੜਾ ਮੂਵਮੈਂਟ ਨੇ ਸਿਰਜਤਾ ਹੈ ਨਾ, ਜਿਹੜਾ ਡਿਸਕੋਰਸ ਤੁਹਾਨੂੰ ਘਰ ਜਾਣ ਤੇ ਮਜਬੂਰ ਕਰ ਦੇਣਾ ਮੋਦੀ ਸਾਹਿਬ ਨੂੰ। ਮੈਂ ਤੁਹਾਨੂੰ ਦੱਸ ਰਿਹਾ, ਘਰ ਜਾਣਾ ਅੱਡ ਗੱਲ ਹੈ, ਪਰ ਵਾਪਸ ਲੈ ਲੈਣੇ ਨੇ, ਤੁਹਾਡੇ ਕੋਲ ਕੋਈ ਬਹਾਨਾ ਹੀ ਨਹੀਂ ਰਹਿਣ ਦੇਣਾ ਕਿ ਤੁਸੀਂ ਸਿੰਘੂ ਬਾਰਡਰ ਤੇ ਬੈਠੇ ਰਹੋ। ਤਾਂ ਦੇਖੋ ਕਾਨੂੰਨ ਵਾਪਸ ਹੋ ਜਾਣਾ, ਐਮਐਸਪੀ ਦੀ ਗਾਰੰਟੀ ਹੋ ਜੀ, ਤੇ ਖੁਸ਼ੀ ਆਣਗੇ ਸਾਰੇ। ਪਰ ਜਿਹੜਾ ਵਿਸ਼ੇ ਦੀ ਲੜਾਈ ਦੇ ਵਿੱਚ ਡਿਸਕੋਰਸ ਖੜਾ ਹੋਏਗਾ ਉਹ ਤਾਂ ਰਹੇਗਾ ਨਾ, ਉਹ ਪੈਦਾ ਹੋ ਗਿਆ। ਦੈਟ ਇਜ਼ ਵੰਡਰਫੁਲ। ਇਹਨਾਂ ਸਾਰੀਆਂ ਗੱਲਾਂ ਬਾਰੇ ਸੀ ਇਹ ਸਾਰੇ ਪਿਛਲੇ ਦਿਨ ਜਿਹੜੇ ਅਸੀਂ ਟਰੈਕਟਰ ਕਿੰਨੇ ਕਿਸ ਵਿੱਚ ਮਾਰਿਆ, ਕਿਸੇ ਦੇ ਗੋਲੀ ਵੱਜੀ ਜਾਂ ਨਹੀਂ ਵੱਜੀ, ਤੇ ਕੌਣ ਉਸ ਕਿਲੇ ਦੇ ਉੱਤੇ ਚੜ੍ਹ ਕੇ ਝੰਡਾ ਚੁਲਾ ਗਿਆ, ਉਸ ਸਭ ਦੇ ਵਿੱਚ ਅਸੀਂ ਭਟਕੇ ਹਾਂ। ਉਹ ਮੁੱਦੇ ਉਸ ਵੇਲੇ ਡਿਸਕਸ ਕਰਨੇ ਜ਼ਰੂਰੀ ਸਨ ਤੇ ਵਕਤ ਤੋਂ ਬਾਅਦ ਫਿਰ ਉਹਨਾਂ ਮੁੱਦਿਆਂ ਤੇ ਦੁਬਾਰਾ ਆਉਣਾ ਵੀ ਜ਼ਰੂਰੀ ਹੈ, ਕਿਉਂ ਜੋ ਇਸੇ ਕਰਕੇ ਉੱਥੇ ਲੱਖਾਂ ਲੋਕ, ਮਨੁੱਖਤਾ ਬੈਠੀ ਹੈ ਸਰਕਾਰ ਨੂੰ ਇੰਨੀ ਗੱਲ ਕਹਿਣ ਲਈ ਕਿ ਡੈਮੋਕ੍ਰੇਸੀ ਵਿੱਚ ਲੋਕਾਂ ਦੀ ਸੁਣ ਲੈਣੀ ਚਾਹੀਦੀ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।